ऊची बाणी ऊचा होए, गुरमुख शब्द वखाणै कोय। विण नावै दुख दर्द शरीर, सतगुर भेटे तां उतरै पीर। बरदो आलम दस्ते गुरु गोबिंद सिंह, जुमला उलवी पस्ते गुरु गोबिंद सिंह। जुमला रोजी खार गुरु गोबिंद सिंह, बैसे हक इमतार गुरु गोबिंद सिंह। चवर छतर तखत दे मालक साहिब श्री गुरु ग्रंथ साहिब सच्चे पातशाह जी की पवित्र हजूरी विच सुभाएमान गुरु प्यारी खालसा साध संगत जी फतेह प्रवान करो। वाहिगुरू जी का खालसा वाहिगुरू जी की फतेह। धन धन श्री गुरु हरकृष्ण साहिब सच्चे पातशाह जी दे पवित्र स्थान गुरुद्वारा श्री बंगला साहिब विखे हाजरीन हो करके आप सरबत संगत ने सिंह साहब ज्ञानी रणजीत सिंह हुणा पासों बड़े सहज विच गुरु का फुरमान श्री मुकवाख बाणी का सरवण किया है। गुरु ग्रंथ साहिब सच्चे पातशाह जी की हजूरी अंदर कलगीधर महाराज जी की बाणी आओ उसकी व्याख्या दे नाल जुड़ करके अपने समय नूं जीवन नूं सफला करन दा यतन करिए। बाणी दा फुरमान है, गुरबाणी इस जग मह चानण, कर्म वसै मन आए। कहंदे गुरु की जिहड़ी बाणी है जीवन काल नूं सफलियां किवें करना है, आचरण कैसा चाहिदा है, कर्म कैसे करने ने। जिवें रस्ते विच अंधकार होवे ते लाइट की जरूरत है, इउं मनुखे जामे अंदर अग्यान दे हनेरे विच गुरबाणी रोशनी दिंदी है और कर्मां दे नाल ये हिरदे विच टिकदी है। पढ़दे सुनदे सारे ही ने, विरले दे हिरदे विच टिकदी है। और जिन्हां दे ये बाणी हिरदे च टिक जावे वो गुरमुख खवाउंदे ने। दूसरियां बाबत बोल मनमुख कर्म कर है, नहीं बूझै है बिरथा जन्म गवाए। मनमुख बंदे नूं बाणी दी समझ, अर्थां दा ज्ञान, बोध ये हो जावे कहंदे बड़ा मुश्किल है। गुरु की मत लाओ मन की मत नूं तवज्जो दिंदा है, इस करके अपना जन्म व्यर्थ गवा लैंदा है। गुरमुखां दे अंदर बाणी टिकदी है, मनमुखां दे अंदर ये टिक नहीं सकती। गुरु पातशाह दबियां कुचलियां लोकां नूं सिरदार बनाउण दे लई
ਨਿਜ਼ਾਤ ਦਿਵਾਉਣ ਦੇ ਲਈ ਗੁਲਾਮੀ ਕੱਟੀ ਜਾਵੇ ਇਹਨਾਂ ਲੋਕਾਂ ਦੀ। ਮਹਿਮੂਦ ਗਜ਼ਨਵੀ ਦੇ ਸਮੇਂ ਤੋਂ ਗੁਲਾਮ ਨੇ, 700-800 ਵਰ੍ਹੇ ਤੋਂ ਗੁਲਾਮ ਨੇ। ਬੜੀ ਵੀਰ ਰਸੀ ਬਾਣੀ ਉਚਾਰਦੇ ਨੇ। ਪੁਰਾਣੇ ਸਨਾਤਨ ਮਤ ਦੇ ਲੋਕ ਜਿਸ ਵੀ ਕਿਸੇ ਅਵਤਾਰੀ ਪੁਰਸ਼ ਦੇ ਫਾਲੋਵਰ ਸਨ, ਪੁਜਾਰੀ ਸਨ, ਮਹਾਰਾਜ ਨੇ ਉਸੇ ਹੀ ਅਵਤਾਰੀ ਪੁਰਸ਼ ਦੇ ਜੀਵਨ ਚੋਂ ਜੁਝਾਰੂ ਪੱਖ ਉਜਾਗਰ ਕਰਨ ਲਈ ਆਪਣੀ ਕਲਮ ਚੁੱਕੀ, ਜੰਗਾਂ ਯੁੱਧਾਂ ਦਾ ਜ਼ਿਕਰ ਕੀਤਾ ਵੀ ਇਨਸਾਨ ਨੂੰ ਇਹ ਸਮਝ ਆ ਸਕੇ ਵੀ ਮੰਤਰ ਪੜ੍ਹਿਆਂ, ਮੂਰਤਾਂ ਅੱਗੇ ਚੌਂਕੜਾਂ ਲਾਇਆਂ, ਗਲੋਂ ਜੰਜੀਰਾਂ ਨਹੀਂ ਲੈਣੀਆਂ ਗੁਲਾਮੀ ਦੀਆਂ, ਤਲਵਾਰ ਉਠਾਉਣੀ ਪੈਣੀ ਹੈ। ਕਿਉਂਕਿ ਜਿਨ੍ਹਾਂ ਦੇ ਸਾਵੇਂ ਬੈਠੇ ਹੋ ਉਹਨਾਂ ਵੀ ਜਦੋਂ ਸਮਾਂ ਬਣਿਆ ਹੈ ਤੇ ਜੰਗ ਲੜੇ ਨੇ। ਚਾਹੇ ਉਹ ਰਾਮਚੰਦਰ ਜੀ ਦਾ ਰਾਵਣ ਨਾਲ ਯੁੱਧ ਹੈ, ਕ੍ਰਿਸ਼ਨ ਜੀ ਦਾ ਕੰਸ ਨਾਲ ਯੁੱਧ ਹੈ, ਦੇਵੀ ਦੁਰਗਾ ਦਾ ਦੈਂਤਾਂ ਨਾਲ ਯੁੱਧ ਹੈ। ਇਸੇ ਤਰ੍ਹਾਂ ਸਿੱਖ ਜਗਤ ਵਿੱਚ ਆ ਜਾਓ, ਗੁਰੂ ਹਰਗੋਬਿੰਦ ਸਾਹਿਬ ਦੇ ਮੁਗਲਾਂ ਨਾਲ 4 ਯੁੱਧ ਨੇ। ਹੁਣ ਆਪਾਂ ਜਿਸ ਨੂੰ ਵੀ ਫੋਲੋ ਕਰਦੇ ਹਾਂ ਨਾ, ਉਹਦੇ ਜੀਵਨ ਤੋਂ ਸੇਧ ਲੈਂਦੇ ਹਾਂ। ਕਲਗੀਧਰ ਪਾਤਸ਼ਾਹ ਇਉਂ ਬੜਿਆਂ ਸੂਰਬੀਰਾਂ ਦਾ ਜ਼ਿਕਰ ਕਰਦੇ ਨੇ ਔਰ ਇਹ ਬਚਨ ਬੜਾ ਪ੍ਰੋੜਤਾ ਨਾਲ ਕਹਿੰਦੇ ਨੇ। ਦਸਮ ਕਥਾ ਭਗਉਤ ਕੀ ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁੱਧ ਕੇ ਚਾਹੇ। ਧਰਮ ਯੁੱਧ ਦਾ ਚਾਹ ਪੈਦਾ ਕਰਨ ਲਈ ਅਕਾਲ ਪੁਰਖ ਦਾ ਇੱਕ ਰੂਪ ਚਿੱਤਰਿਆ ਹੈ ਮਹਾਰਾਜ ਨੇ। ਇਹ ਉਹਦਾ ਵੀਰ ਰਸੀ ਰੂਪ ਪਾਤਸ਼ਾਹ ਬਿਆਨ ਕਰਦੇ ਨੇ। ਕਮਕ ਘੁੰਗਰੰ ਸੁਰੰ ਨਵੰ ਨਨਾਦ ਨੂਪਰੰ। ਕਹਿੰਦੇ ਜਦੋਂ ਮੈਦਾਨੇ ਜੰਗ ਦੇ ਵਿੱਚ ਸੂਰਮੇ ਡਟਦੇ ਨੇ ਜਾਂ ਜਦੋਂ ਅਕਾਲ ਪੁਰਖ ਦੇ ਹੁਕਮ ਵਿੱਚ ਕਾਲ ਆਉਂਦਾ ਹੈ। ਹੁਣ ਦੁਨੀਆ ਦੇ ਅੰਦਰ ਉਹਦੇ ਸ਼ਬਦ ਦੀ ਛਣਕਾਰ ਦੇ ਨਾਲ ਹੀ ਪੈਦਾਇਸ਼ ਹੈ, ਉਹਦੇ ਹੁਕਮ ਦੇ ਨਾਲ ਹੀ ਦੁਨੀਆ ਦਾ ਮਿਟਣਾ ਹੈ। ਇੱਦਾਂ ਮੈਦਾਨੇ ਜੰਗ ਦੇ ਵਿੱਚ ਵੀ ਕਹਿੰਦੇ ਜਿਹੜੀ ਉਹਦੇ ਸ਼ਬਦਾਂ ਦੀ ਛਣਕਾਰ ਹੈ, ਘੁੰਗਰੂਆਂ ਵਾਂਗ ਉਹਦੇ ਸੁਰ ਪੈਦਾ ਹੁੰਦੇ ਨੇ ਜਦੋਂ ਨਗਾਰੇ ਵੱਜਦੇ ਨੇ ਮੈਦਾਨੇ ਜੰਗ ਵਿੱਚ। ਨਵੰਗ ਦਾ ਭਾਵ ਹੈ ਜਿਹਦੀ ਉਸਤਤੀ ਨਿਤ ਨਵੀਂ ਹੈ। ਨਨਾਦ ਕਹਿੰਦੇ ਨੇ ਧੁਨ ਨੂੰ, ਆਵਾਜ਼ ਨੂੰ। ਨੂਪਰੰ ਝਾਂਜਰਾਂ ਨੂੰ। ਕਹਿੰਦੇ ਮੈਦਾਨੇ ਜੰਗ ਦੇ ਵਿੱਚ ਨਵੀਨ ਉਸਤਤੀ ਵਾਲੇ ਪਰਮਾਤਮਾ ਦੇ ਜਿਹੜੇ ਅਲਫਾਜ਼ ਨੇ, ਜਿਹੜੀ ਉਹਦੀ ਕੀਰਤੀ ਹੈ ਉਹ ਗੂੰਜ ਰਹੀ ਹੈ। ਨਗਾਰੇ ਮੈਦਾਨੇ ਜੰਗ ਦੇ ਵਿੱਚ ਪਾਤਸ਼ਾਹ ਕਹਿੰਦੇ ਵੱਜ ਰਹੇ ਨੇ। ਇੱਦਾਂ ਹੀ ਇੱਕ ਜੰਗ ਸਾਡੇ ਅੰਦਰ ਚੱਲਦਾ ਹੈ ਜਿੱਥੇ ਅਕਾਲ ਪੁਰਖ ਗਿਆਨ ਦੇ ਸਰੂਪ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾਂ ਨਾਲ ਟਕਰਾਉਂਦਾ ਹੈ। ਬਾਣੀ ਦੇ 2 ਪੱਖ ਹੁੰਦੇ ਨੇ, ਅੰਤਰਮੁਖੀ ਤੇ ਬਾਹਰਮੁਖੀ। ਸੋ ਮਹਾਰਾਜ ਅੱਗੇ ਕਹਿੰਦੇ ਨੇ ਪ੍ਰਜਵਾਲ ਬਿਜੁਲ ਜੁਲੰ ਪਵਿੱਤਰ ਪਰਮ ਨਿਰਮਲੰ। ਅੱਛਾ, ਜਦੋਂ ਸੂਰਮੇ ਡਟ ਜਾਣ ਮੈਦਾਨੇ ਜੰਗ ਵਿੱਚ, ਪ੍ਰਜਵਾਲ ਲਾਟਾਂ ਉੱਠਦੀਆਂ ਨੇ, ਚਮਕ ਉੱਠਦੀ ਹੈ ਜਦੋਂ ਸ਼ਸਤਰ ਇੱਕ ਦੂਜੇ ਨਾਲ ਟਕਰਾਉਂਦੇ ਨੇ। ਕੈਸੀ ਚਮਕ ਹੈ? ਬਿਜੁਲ ਜੁਲੰਗ। ਬਿਜੁਲ ਕਹਿੰਦੇ ਨੇ ਬਿਜਲੀ ਵਾਂਗੂ, ਤੇ ਜੁਲੰਗ ਦਾ ਭਾਵ ਹੈ ਲਾਟਾਂ ਦਾ ਮੱਚਣਾ। ਮੈਦਾਨੇ ਜੰਗ ਵਿੱਚ ਕੁਝ ਐਸਾ ਦ੍ਰਿਸ਼ ਪਾਤਸ਼ਾਹ ਕਹਿੰਦੇ ਬਣਦਾ ਹੈ। ਉਹ ਭਾਰਤ ਦੇ ਲੋਕ ਗਊਆਂ ਵਰਗੇ ਸੀ। ਇਹ ਠੰਡੀਆਂ ਠੰਡੀਆਂ ਬਾਤਾਂ ਸੁਣ ਸੁਣ ਕੇ ਸਤਿਪੁਰਸ਼ਾਂ ਦੀਆਂ ਇੰਨੇ ਠੰਡੇ ਹੋ ਗਏ ਵੀ ਮੁਗਲਾਂ ਸੰਗਲ ਪਾਲੇ ਗਲਾਂ ਵਿੱਚ। ਬਾਪੂ ਗਰਮ ਕਰਨ ਆਇਆ ਸੀ ਇਹਨਾਂ ਲੋਕਾਂ ਨੂੰ। ਸੋ ਕਲਗੀਧਰ ਪਾਤਸ਼ਾਹ ਵੀਰ ਰਸੀ ਪਰਮਾਤਮਾ ਦੇ ਸਰੂਪ ਨੂੰ ਬਿਆਨ ਕਰਦੇ ਨੇ। ਕਹਿੰਦੇ ਜਦੋਂ ਉਹ ਗੱਜਦਾ ਹੈ ਮੈਦਾਨੇ ਜੰਗ ਅੰਦਰ ਤੇ ਬਿਜਲੀ ਵਾਂਗੂ ਗੱਜਦਾ ਹੈ। ਬਿਜਲੀ ਵਰਗੀ ਉਸਦੀ ਤਪਸ਼ ਹੈ, ਚਮਕ ਹੈ। ਜਾਂ ਜਿਨ੍ਹਾਂ ਸੂਰਮਿਆਂ 'ਤੇ ਕਿਰਪਾ ਕਰੇ ਉਹਨਾਂ ਦੀ ਚਮਕ, ਉਹਨਾਂ ਦੇ ਸ਼ਸਤਰਾਂ ਦੀ ਜੋ ਪ੍ਰਚੰਡ ਚਮਕ ਹੈ ਉਹ ਬਿਜਲੀ ਵਰਗੀ ਹੋ ਜਾਇਆ ਕਰਦੀ ਹੈ।
ਪਵਿੱਤਰ ਪਰਮ ਨਿਰਮਲੰ। ਜਿਹੜੇ ਸੂਰਬੀਰ ਮੈਦਾਨੇ ਜੰਗ 'ਚ ਜੂਝ ਕੇ ਸ਼ਹੀਦੀ ਪਾਉਂਦੇ ਨੇ ਉਹ ਪਵਿੱਤਰ ਨੇ, ਨਿਰਮਲ ਨੇ। ਪਰਮਾਤਮਾ ਆਪ ਬੜੀ ਨਿਰਮਲ ਹਸਤੀ ਹੈ, ਪਰਮ ਸਾਰਿਆਂ ਤੋਂ ਸ੍ਰੇਸ਼ਟ ਹੈ। ਜਿਵੇਂ ਆਪਾਂ ਸ਼ਹੀਦਾਂ ਦਾ ਸਤਿਕਾਰ ਕਰਦੇ ਹਾਂ ਨਾ, ਸ਼ਹੀਦ ਪਰਮ ਹੁੰਦੇ ਨੇ ਜਿਹੜੇ ਦੀਨ ਦੀ ਖਾਤਰ ਸ਼ਹੀਦੀ ਪਾਉਂਦੇ ਨੇ, ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ। ਤੋਟਕ ਛੰਦ ਤਵਾ ਪ੍ਰਸਾਦ, ਤੇਰੀ ਕਿਰਪਾ ਨਾਲ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਐ ਪਰਮਾਤਮਾ ਮੈਂ ਇਸ ਛੰਦ ਰਾਹੀਂ ਹੁਣ ਤੇਰੀ ਅਗੰਮੀ ਵਡਿਆਈ ਨੂੰ ਬਿਆਨ ਕਰਨ ਲੱਗਾ ਹਾਂ। ਨਵ ਨੇਵਰ ਨਾਦ ਸੁਰੰਗ ਨਿਰਮਲੰ, ਮੁਖ ਬਿਜੁਲ ਜਵਾਲ ਘਣੰ ਪ੍ਰਜੁਲੰ। ਮਹਾਰਾਜ ਆਖਣ ਲੱਗੇ, ਨਵ ਤੇਰੇ ਨਾਮ ਨਿਤ ਨਵੀਨ ਨੇ, ਨਵੇਂ ਨੇ। ਨੇਵਰ ਕਹਿੰਦੇ ਨੇ ਝਾਂਜਰਾਂ ਨੂੰ, ਨਾਦ ਕਹਿੰਦੇ ਨੇ ਛਣਕਾਹਟ ਨੂੰ। ਕਹਿੰਦੇ ਮਹਾਰਾਜ ਮੈਦਾਨੇ ਜੰਗ ਵਿੱਚ ਜਿਹੜੀ ਢੋਲ ਢਮੱਕਿਆਂ ਦੀ ਆਵਾਜ਼ ਹੈ, ਨਗਾਰਿਆਂ ਦੀ ਆਵਾਜ਼ ਹੈ, ਨਫੀਰੀਆਂ ਦੀ ਆਵਾਜ਼ ਹੈ, ਝਾਂਜਰਾਂ ਵਾਂਗ ਹੈ। ਤੇ ਜਿਹੜੇ ਸੂਰਬੀਰ ਮੈਦਾਨੇ ਜੰਗ ਵਿੱਚ ਜੂਝਦੇ ਨੇ, ਮੁਖ ਬਿਜੁਲ ਜਵਾਲ ਘਣੰ ਪ੍ਰਜੁਲੰ, ਆਤਿਸ਼ ਵਰਗੀ, ਬਿਜਲੀ ਵਰਗੀ ਉਹਨਾਂ ਦੀ ਚਮਕ ਹੋ ਜਾਂਦੀ ਹੈ ਜੰਗ ਦੇ ਮੈਦਾਨ ਅੰਦਰ। ਜਾਂ ਇਹ ਪਰਮਾਤਮਾ ਤੇਰਾ ਜਿਹੜਾ ਜੰਗਜੂ ਰੂਪ ਹੈ ਬੜਾ ਸੁੰਦਰ ਹੈ। ਤੇਰੀ ਚਮਕ ਜਵਾਲਾ ਉਸ ਬਿਜਲੀ ਦੇ ਵਰਗੀ ਹੈ। ਘਣੰਗ ਤੋਂ ਭਾਵ ਹੈ ਬੜੀ ਸੰਘਣੀ, ਬੜੀ ਪ੍ਰਚੰਡ। ਮਧੁਰਾਕਰ ਮਤ ਮਹਾਭਵਕੰ। ਮੈਦਾਨੇ ਜੰਗ ਵਿੱਚ ਜਦੋਂ ਸੂਰਬੀਰਾਂ ਦੇ ਫੱਟ ਲੱਗਦੇ ਨੇ ਨਾ, ਇਉਂ ਉਹ ਡੋਲਦੇ ਨੇ, ਘੁਮਾਉਂਦੇ ਨੇ ਜਿਵੇਂ ਕਿਸੇ ਨੇ ਕਹਿੰਦੇ ਮਧੁਰਾ ਸ਼ਰਾਬ ਪੀਤੀ ਹੋਵੇ। ਕਿਉਂਕਿ ਫੱਟ ਲੱਗਣ ਦੇ ਨਾਲ ਕੁਝ ਐਸੇ ਹਾਲਾਤ ਬਣ ਜਾਂਦੇ ਨੇ ਸੂਰਬੀਰਾਂ ਦੇ। ਮਤ ਕਹਿੰਦੇ ਨੇ ਮਸਤ, ਕੋਈ ਨਸ਼ੇ ਵਿੱਚ ਮਸਤ ਹੋ ਕੇ ਝੂਲਦਾ ਹੈ, ਪਰ ਸੂਰਮੇ ਮੈਦਾਨੇ ਜੰਗ ਦੇ ਵਿੱਚ ਫੱਟ ਖਾ ਕੇ ਝੂਲਦੇ ਨੇ। ਮਹਾ ਭਵਕੰ, ਭਵਕ ਲਲਕਾਰ ਮਾਰਨੀ, ਜਿਵੇਂ ਸ਼ੇਰ ਦਹਾੜਦਾ ਹੈ ਇਉਂ ਉਹ ਦਹਾੜਦੇ ਨੇ। ਮਨ ਮੈਂ ਮਨੋ ਬਾਗ ਬਚਾ ਬਬਕੰ। ਬਾਗ ਕਹਿੰਦੇ ਨੇ ਸ਼ੇਰ ਨੂੰ, ਨਾਹਰ ਨੂੰ, ਸਿੰਹ ਨੂੰ। ਕਹਿੰਦੇ ਇਉਂ ਸੂਰਮੇ ਮੈਦਾਨੇ ਜੰਗ ਵਿੱਚ ਭਬਕਾਂ ਮਾਰਦੇ ਨੇ ਜਿਵੇਂ ਸ਼ੇਰ ਜੰਗਲ ਦੇ ਵਿੱਚ ਦਹਾੜਦਾ ਹੈ। ਪਵ ਭੂਤ ਭੁਵੇਖ ਭਵਾਨ ਭਵੰ। ਐ ਅਕਾਲ ਪੁਰਖ, ਐ ਵਿਕਾਰਾਂ ਨੂੰ ਖਤਮ ਕਰਨ ਵਾਲੇ, ਬੁਲੰਦ ਹਸਤੀ, ਮਸਤੀਆਂ ਮਾਨਣ ਵਾਲੇ, ਸਦਾ ਆਪਣੀ ਮਸਤੀ ਵਿੱਚ ਰਹਿਣ ਵਾਲੇ ਪਰਮਾਤਮਾ ਕਹਿੰਦੇ ਜਦੋਂ ਹੁਕਮ ਰੂਪੀ ਤੂੰ ਦਹਾੜ ਮਾਰਦਾ ਹੈ, ਦੁਨੀਆ ਦਾ ਖੁਰਾ ਖੋਜ ਮਿਟਾ ਦਿੰਦਾ ਹੈ। ਮਹਾਰਾਜ ਕਹਿੰਦੇ ਭਵ ਭੂਤ ਭੁਵੇਖ ਭਵਾਨ ਭਵੰ। ਭਵ ਕਹਿੰਦੇ ਨੇ ਸੰਸਾਰ ਨੂੰ, ਭੂਤ ਜੋ ਪਿੱਛੇ ਸਮਾਂ ਲੰਘਿਆ ਹੈ, ਭਵਾਨ ਅੱਜ ਦਾ ਸਮਾਂ, ਭਵਿੱਖ ਜੋ ਅੱਗੇ ਆਵੇਗਾ। ਭਵੰਗ ਦਾ ਭਾਵ ਹੈ ਤੇਰੀ ਹੋਂਦ, ਤੇਰੀ ਸੱਤਾ ਤਿੰਨਾਂ ਸਮਿਆਂ 'ਚ ਬਰਕਰਾਰ ਰਹਿੰਦੀ ਹੈ। ਤੈਨੂੰ ਕੋਈ ਖਤਮ ਕਰਨ ਵਾਲਾ ਨਹੀਂ ਹੈ। ਸਭ ਵਿਕਾਰਾਂ ਦੇ, ਦੁਸ਼ਮਣਾਂ ਦੇ ਨਾਸ਼ ਕਰਨ ਵਾਲਾ ਹੈ ਤੂੰ। ਕਲ ਕਾਰਨ ਉਭਾਰਨ ਏਕ ਤੁਵੰ। ਔਰ ਦੇਖੋ, ਜੇ ਪੁੱਛੀਏ ਮਹਾਰਾਜ ਇਹ ਜਿਹੜਾ ਜੰਗਜੂ ਰੂਪ ਬਿਆਨ ਕੀਤਾ ਤੁਸੀਂ, ਇਹ ਕਿਸੇ ਦੇਵਤੇ ਦਾ? ਕਹਿੰਦੇ ਨਹੀਂ, ਮੈਂ ਜਿਸ ਦੀ ਗੱਲ ਕਰਨ ਲੱਗਾ ਹਾਂ ਕਲਗੀਧਰ ਪਾਤਸ਼ਾਹ ਕਹਿੰਦੇ ਕਲ ਕਾਰਨ ਉਭਾਰਨ ਏਕ ਤੁਵੰ। ਉਹ ਕਲਯੁਗ ਦੇ ਵਿੱਚ ਰੱਖਿਆ ਕਰਨ ਵਾਲਾ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਹੀ ਹੈ। ਉਹਦੇ ਤੋਂ ਲਹਿਦਾ ਮਹਾਰਾਜ ਕਹਿੰਦੇ ਨਾ ਦੁਸ਼ਮਣਾਂ ਦਾ ਹੀ ਕੋਈ ਖਾਤਮਾ ਕਰ ਸਕਦਾ ਹੈ, ਨਾ ਵਿਕਾਰਾਂ ਦਾ ਹੀ ਕਰ ਸਕਦਾ ਹੈ। ਉਹਦੇ ਹੁਕਮ ਦੇ ਵਿੱਚ ਹੀ ਜਨਮ ਮਰਨ ਹੈ। ਉਹੀ ਇਸ ਕਲਯੁਗ ਦੇ ਸਮੇਂ ਅੰਦਰ ਸਾਨੂੰ ਦੁੱਖਾਂ ਤੋਂ ਉਭਾਰਨ ਵਾਲਾ ਹੈ। ਤਿੰਨਾਂ ਸਮਿਆਂ ਵਿੱਚ ਪਰਪੱਕ ਹੈ ਉਹ।
ਹੁਣ ਮਹਾਰਾਜ ਅੱਗੇ ਫੁਰਮਾਨ ਕਰਦੇ ਨੇ, ਸਭ ਠੌਰ ਨਿਰੰਤਰ ਨਿਤ ਨਯੰ, ਮ੍ਰਿਦ ਮੰਗਲ ਰੂਪ ਤੋਯੰ ਸੁਭਯੰ। ਰਹਿੰਦਾ ਕਿੱਥੇ ਹੈ ਮਹਾਰਾਜੋ? ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਸਰਬ ਠੌਰ। ਠੌਰ ਦਾ ਮਤਲਬ ਹੈ ਜਗ੍ਹਾ, ਹਰ ਜਗ੍ਹਾ ਦੇ ਉੱਤੇ ਉਹ ਮੌਜੂਦ ਹੈ, ਨਿਰੰਤਰ ਲਗਾਤਾਰ ਮੌਜੂਦ ਹੈ, ਨਿਤ ਨਯਨ ਇੱਕ ਰਸ ਰਹਿਣ ਵਾਲਾ, ਨਿਤ ਨਵਾਂ ਹੈ, ਬਜ਼ੁਰਗ ਨਹੀਂ ਹੁੰਦਾ, ਸਦੀਵੀ ਰਹਿਣ ਵਾਲਾ ਹੈ ਪਾਤਸ਼ਾਹ ਕਹਿੰਦੇ ਨੇ। ਔਰ ਉਹਦਾ ਨਾਮ ਹੀ ਉਭਾਰਨ ਵਾਲਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵੀ ਬੋਲ ਨੇ ਨਾ, ਨਾਨਕ ਨਾਮ ਰਤੇ ਸੇ ਉਭਰੇ, ਸੱਚੇ ਸਿਉ ਲਿਵ ਲਾਏ। ਅਕਾਲ ਪੁਰਖ ਦਾ ਇੱਕ ਨਾਮ ਹੀ ਉਭਾਰਨ ਵਾਲਾ, ਇੱਥੇ ਉਸ ਦੀ ਬਾਤ ਪਾਉਂਦੇ ਨੇ। ਕਹਿੰਦੇ ਹਰ ਜਗ੍ਹਾ ਨਿਰੰਤਰ ਤੌਰ 'ਤੇ ਤੂੰ ਨਵੀਨ ਹੋ ਕੇ ਵਸਦਾ ਹੈ, ਮ੍ਰਿਦ ਮੰਗਲ ਰੂਪ ਤੋਯੰ ਸੁਭਯੰ। ਜਿਨ੍ਹਾਂ ਦਰਸ਼ਨ ਕੀਤੇ ਨੇ ਨਾ ਤੇਰੇ, ਕਹਿੰਦੇ ਬੜਾ ਉਹ ਮ੍ਰਿਦ ਹੈ, ਬੜਾ ਕੋਮਲ ਹੈ, ਬੜਾ ਉਹ ਸੁੰਦਰ ਹੈ। ਮੰਗਲ ਕਹਿੰਦੇ ਨੇ ਖੁਸ਼ੀ, ਆਨੰਦ, ਸਦਾ ਖੁਸ਼ੀ ਵਿੱਚ ਰਹਿਣ ਵਾਲਾ ਹੈ। ਤੋਯੰ ਸੁਭਯੰ, ਇੱਦਾਂ ਦਾ ਸ਼ੋਭਾ ਵਾਲਾ ਤੇਰਾ ਰੂਪ ਹੈ। ਇਉਂ ਤੂੰ ਜਿਨ੍ਹਾਂ ਦਿਦਾਰੇ ਕੀਤੇ ਹੈ, ਉਹਨਾਂ ਨੇ ਗਲੂਏ 'ਚੋਂ ਬੋਲ ਕੱਢੇ ਵੀ ਤੂੰ ਐਸਾ ਕੋਮਲ ਸੁੰਦਰ ਸਰੂਪ ਵਾਲਾ ਹੈ। ਹੁਣ ਮਹਾਰਾਜ ਅੱਗੇ ਕਹਿੰਦੇ ਨੇ, ਦਿੜ ਦਾੜ ਕਰਾਲ ਦਵੈ ਸ਼ੇਤ ਉਧੰ। ਇੱਕ ਬੰਨੇ ਕੋਮਲ ਹੈ, ਭਾਵ ਇੱਕ ਬੰਨੇ ਕੋਮਲਤਾ ਬਰਸਾਉਣਾ ਹੈ, ਸਤਿਪੁਰਸ਼ ਪੈਦਾ ਕੀਤੇ ਨੇ। ਦੂਜੇ ਬੰਨੇ ਕਠੋਰ ਚਿੱਤ ਸੂਰਮੇ ਵੀ ਤੇਰੇ ਪੈਦਾ ਕੀਤੇ ਨੇ। ਦੂਸਰੇ ਪਾਸੇ ਤੇਰਾ ਪੱਖ ਸੂਰਬੀਰ ਵਾਲਾ ਹੋਇਆ। ਉਹ ਪੱਖ ਕੈਸਾ ਹੈ? ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਦਿੜ ਦਾੜ ਕਰਾਲ ਦਵੈ ਸ਼ੇਤ ਉਦੰ। ਦਿੜ ਦਾ ਜਿਹੜਾ ਭਾਵ ਹੈ, ਦ੍ਰਿੜ ਦਾ ਮਤਲਬ ਮਹਾਰਾਜ ਕਹਿੰਦੇ ਨੇ ਪੱਕੇ ਤੌਰ 'ਤੇ, ਮਜ਼ਬੂਤ ਤੌਰ 'ਤੇ। ਦਾੜਾਂ ਜਿਵੇਂ ਰਾਸ਼ਣ ਚਬਾਉਂਦੀਆਂ ਨੇ ਨਾ, ਕਰਾਲ ਉਹ ਜਿਸ ਚੀਜ਼ ਨੂੰ ਚਬਾ ਦੇਣ ਉਹਦਾ ਖੁਰਾ ਖੋਜ ਮਿਟਾ ਦਿੰਦੀਆਂ ਨੇ। ਉਹ ਭਿਆਨਕ ਜਿਹੀ ਜਾਪਦੀ ਹੈ ਜੋ ਚੱਬੀ ਹੋਈ ਚੀਜ਼ ਹੋਵੇ। ਜਦੋਂ ਤੂੰ ਸੂਰਬੀਰ ਬਣ ਜਾਂਦਾ ਹੈ, ਮੈਦਾਨੇ ਜੰਗ ਦੇ ਵਿੱਚ ਉਤਰਦਾ ਹੈ, ਦਵੈ ਸ਼ੇਤ ਉਦੰ, ਤੇਰਾ ਬੁਲੰਦ ਝੰਡਾ ਸਵੇਤ ਰੰਗ ਦਾ, ਸਫੈਦ ਝੰਡਾ, ਭਾਵ ਤੇਰੀ ਸਫੈਦ ਉੱਚੀ ਸੁੱਚੀ ਕੀਰਤੀ ਜੋ ਦਾਗ ਤੋਂ ਰਹਿਤ ਹੈ, ਸਾਰੀ ਦੁਨੀਆ ਵਿੱਚ ਫੈਲਦੀ ਹੈ। ਤੇਰੀ ਤਾਕਤ ਦੀ ਮਜ਼ਬੂਤੀ ਸਾਰੀ ਦੁਨੀਆ ਉਸ ਦਾ ਲੋਹਾ ਮੰਨਦੀ ਹੈ। ਜਿਹੜਾ ਤੇਰੀ ਮਾਰ ਹੇਠ ਆਉਂਦਾ ਹੈ, ਜਿਹਦਾ ਸਮਾਂ ਆ ਜਾਂਦਾ ਹੈ, ਉਹਦਾ ਖੁਰਾ ਖੋਜ ਮਿਟਾ ਦਿੰਨਾ। ਇੱਕ ਸ਼ਬਦ ਵਿੱਚ ਤੇਰੇ ਇੰਨੀ ਤਾਕਤ ਹੈ। ਤਾਂ ਹੀ ਕਹਿੰਦੇ ਨੇ, ਉਤਪਤ ਪਰਲੋ ਸ਼ਬਦੈ ਹੋਵੈ। ਉਹਦੇ ਸ਼ਬਦ ਦੀ ਜਿਹੜੀ ਮਜ਼ਬੂਤ ਸਥਿਤੀ ਹੈ, ਉਹ ਜਾੜਾਂ ਵਰਗੀ ਹੈ। ਜਿਹੜਾ ਉਹਦੇ ਹੁਕਮ ਦੇ ਪੀਸਣੇ ਵਿੱਚ ਆ ਗਿਆ, ਉਹ ਪੀਸਿਆ ਜਾਂਦਾ ਹੈ। ਸੋ ਉਹਦੇ ਹੁਕਮ ਦੇ ਵਿੱਚ ਮਹਾਰਾਜ ਕਹਿੰਦੇ, ਜੰਮਣ ਮਰਨ ਹੈ, ਉਹਦਾ ਜਸ ਸਦਾ ਹੀ ਚਿੱਟਾ ਹੈ, ਉਜਲ ਹੈ, ਸਵੇਤ ਹੈ। ਜਿਹ ਭਾਜਤ ਦੁਸ਼ਟ ਬਿਲੋਕ ਜੁਦੰ। ਜਿਵੇਂ ਉਹਦੇ ਸਨਮੁਖ ਵਿਕਾਰ ਦੌੜਦੇ ਨੇ ਨਾ, ਜਦੋਂ ਮੈਦਾਨੇ ਜੰਗ ਵਿੱਚ ਸਰੂਪ ਧਾਰ ਕੇ ਉਹ ਖਲੋ ਜਾਵੇ ਸੂਰਬੀਰਾਂ ਦੇ ਰੂਪ ਵਿੱਚ, ਕਹਿੰਦੇ ਜਿਹੜੇ ਦੁਸ਼ਟ ਨੇ ਨਾ, ਬਿਲੋਕ, ਉਹਨੂੰ ਵੇਖ ਕੇ ਦੌੜ ਜਾਂਦੇ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਚਮਕੌਰ ਦੀ ਜੰਗ ਅੰਦਰ ਖਵਾਜਾ ਮਰਦੂਦ ਦੇਖ ਕੇ ਹੀ ਕੱਚੀ ਗੜੀ ਦੀ ਪੌੜੀ ਤੋਂ ਡਿੱਗ ਪੈਂਦਾ ਹੈ ਕਿ ਹਾਂ, ਖਵਾਜਾ ਮਰਦੂਦ ਬਾਸਾਹੇ ਦੀਵਾਰ, ਦੀਵਾਰ ਦੇ ਸਾਏ ਉੱਲੇ ਲੁਕ ਗਿਆ। ਉਹ ਸੂਰਬੀਰਾਂ ਤੋਂ ਡਰ ਕੇ ਬੁਜ਼ਦਿਲ ਲੁਕ ਜਾਂਦੇ ਨੇ, ਦੌੜ ਜਾਂਦੇ ਨੇ। ਸੋ ਅੱਗੇ ਮਹਾਰਾਜ ਕਹਿੰਦੇ, ਮਦ ਮਤ ਕਿਰਪਾਨ ਕਰਾਲ ਧਰਮ। ਮਦ ਦਾ ਮਤਲਬ ਹੈ ਤ੍ਰਿਪਤ, ਰੱਜਿਆ ਹੋਇਆ। ਮਤ ਦਾ ਮਤਲਬ ਹੈ ਮਸਤ। ਸੂਰਬੀਰਾਂ ਦੀ ਤਲਵਾਰ ਲਹੂ ਦੇ ਨਾਲ ਰੱਜੀ ਹੁੰਦੀ ਹੈ। ਅਕਾਲ ਪੁਰਖ ਜਦੋਂ ਸੂਰਬੀਰਾਂ ਦੇ ਰੂਪ ਵਿੱਚ ਮੈਦਾਨੇ ਜੰਗ ਵਿੱਚ ਉਤਰਦਾ ਹੈ, ਉਹ ਜਿਹੜੀ ਕਿਰਪਾਨ ਹੈ, ਆਨ ਤੇ ਸ਼ਾਨ ਲਈ ਉਠਾਈ ਗਈ, ਕਹਿੰਦੇ ਉਹ ਮਸਤ ਹੈ ਲਹੂ ਦੇ ਰੰਗ ਅੰਦਰ, ਦੁਸ਼ਮਣਾਂ ਦੇ ਗਲੂਏ ਕੱਟਣ ਦੇ ਅੰਦਰ। ਕਰਾਲ ਧਰਮ,
ਉਹ ਹਸਤ ਵਿੱਚ ਜਿਹੜੀ ਮਸਤ ਤਲਵਾਰ ਹੈ ਉਹ ਬੜੀ ਕਰਾਲ ਹੈ, ਭਿਅੰਕਰ ਹੈ। ਜੈ ਸੱਦ ਸੁਰਾ ਸੁਰਯੰਗ ਉਚਰੰਗ, ਜਦੋਂ ਕੋਈ ਸੂਰਬੀਰ ਦੀ ਜਿੱਤ ਹੁੰਦੀ ਹੈ, ਯੋਧਿਆਂ ਦੇ ਰੂਪ ਵਿੱਚ ਅਕਾਲ ਪੁਰਖ ਜਦੋਂ ਜਿੱਤਦਾ ਹੈ ਦੁਸ਼ਮਣਾਂ ਨੂੰ, ਕਹਿੰਦੇ ਯੈ ਸੱਦ। ਜੈ ਦਾ ਮਤਲਬ ਹੈ ਵਡਿਆਈ, ਸੱਦ ਦਾ ਮਤਲਬ ਹੈ ਸ਼ਬਦ। ਸੁਰਾ ਸੁਰਯੰਗ ਉਚਰੰਗ, ਦੇਵ ਦੈਂਤ ਵੀ ਉਹਦੀ ਉਪਮਾ ਕਰਦੇ ਨੇ, ਦੁਸ਼ਮਣ ਸੱਜਣ ਵੀ ਉਹਦੀ ਜੰਗਜੂ ਕਿਰਿਆ ਦੀ ਉਪਮਾ ਕਰਦੇ ਨੇ। ਸੋ ਅੱਗੇ ਮਹਾਰਾਜ ਕਹਿੰਦੇ ਨਵ ਕਿੰਕਣ ਨੇਵਰ ਨਾਦ ਹੁਅੰ, ਚਲ ਚਾਲ ਸਭਾ ਚਲ ਕੰਪ ਭੂਅੰ। ਜਦੋਂ ਨਗਾਰੇ ਨਫੀਰੀਆਂ ਮੈਦਾਨੇ ਜੰਗ ਵਿੱਚ ਵੱਜਦੇ ਨੇ ਨਾ, ਕਿੰਕਣ ਕਹਿੰਦੇ ਨੇ ਤੜਾਗੀ ਨੂੰ, ਛੋਟੇ ਛੋਟੇ ਬਾਜੇ। ਨੇਵਰ ਕਹਿੰਦੇ ਨੇ ਝਾਂਜਰ ਨੂੰ। ਜਦੋਂ ਮੈਦਾਨੇ ਜੰਗ ਵਿੱਚ ਨਗਾਰੇ ਤਲ ਖੜਕਦੇ ਨੇ, ਇੱਕ ਵਾਰ ਕਹਿੰਦੇ ਨੇ ਪਹਾੜ ਤੇ ਧਰਤੀ ਕੰਬ ਜਾਂਦੀ ਹੈ, ਭਾਵ ਐਸੀ ਸਥਿਤੀ ਉੱਥੇ ਬਣ ਜਾਂਦੀ ਹੈ। ਜਾਂ ਜਦੋਂ ਪਰਮਾਤਮਾ ਆਪਣੀ ਅਜ਼ਮਤ ਵਿਖਾਉਂਦਾ ਹੈ, ਚਲ ਚਾਲ ਸਭਾ ਚਲ ਕੰਪ ਭੂੰ। ਚਲ ਦਾ ਮਤਲਬ ਚਲ ਚਾਲ, ਚਲਾਏਮਾਨ, ਚਲੇ ਜਾਣਾ। ਇਉਂ ਮਹਿਸੂਸ ਹੁੰਦਾ ਹੈ ਜਿਵੇਂ ਸਾਰੇ ਭੂ ਧਰਤੀ ਪਹਾੜ ਆਦਿਕ ਖਤਮ ਹੋ ਜਾਣਗੇ, ਚਲਾਏਮਾਨ ਨੇ। ਇਹ ਕੰਬ ਉੱਠਦੀ ਹੈ ਦੁਨੀਆ ਜਦੋਂ ਉਹ ਆਪਣੀ ਮਹਾਂਪਰਲੈ ਵਾਲੀ ਤਾਕਤ ਦਰਸਾਉਂਦਾ ਹੈ। ਕਈ ਵਾਰ ਵੇਖੋ ਤਸਾਮੀਆਂ ਲੈ ਆਉਂਦਾ ਹੈ, ਦੁਨੀਆ ਕੰਬ ਉੱਠਦੀ ਹੈ। ਸੋ ਉਹਦਾ ਬੜਾ ਵੀਰਸੀ ਰੂਪ ਪਾਤਸ਼ਾਹ ਬਿਆਨ ਕਰਦੇ ਨੇ। ਕਣ ਘੁੰਗਰ ਘੰਟਣ ਘੋਰ ਸੁਰੰਗ, ਘਣ ਬੇਅੰਤ ਤਰ੍ਹਾਂ ਦੇ ਮੈਦਾਨੇ ਜੰਗ ਵਿੱਚ ਵਾਜੇ ਵੱਜਦੇ ਨੇ, ਘੰਟਣ ਤਲ ਖੜਕਦੇ ਨੇ। ਘੋਰ ਉਹਨਾਂ ਦੀ ਗਰਜ ਐਸੀ ਹੈ, ਸੁਰੰਗ ਭਿਅੰਕਰਤਾ ਪੈਦਾ ਕਰਦੀ ਹੈ। ਕਮਦੀਨ ਬੰਦੇ, ਦਿਲ ਦੇ ਹੌਲੇ ਬੰਦੇ ਉੱਥੇ ਡੋਲ ਜਾਂਦੇ ਨੇ। ਚਰ ਚਾਰ ਚਰਾ ਚਰਯੰਗ ਹੁਹਰੰਗ, ਚਰ ਚਾਰ, ਚਰਾ, ਚਰ ਕਹਿੰਦੇ ਨੇ ਜੰਗਮ ਨੂੰ, ਤੇ ਚਰਾ ਦਾ ਮਤਲਬ ਹੈ ਜਿਹੜਾ ਅਸਥਾਵਰ ਹੈ, ਜਿਹੜੇ ਜੀਵ ਜੁੜੇ ਹੋਏ ਨੇ ਪੱਥਰ ਆਦਿਕ ਪਹਾੜ ਤੇ, ਜਿਹੜੇ ਪ੍ਰਫੁੱਲਤ ਨੇ, ਚੱਲ ਫਿਰ ਸਕਦੇ ਨੇ। ਮਹਾਰਾਜ ਕਹਿੰਦੇ ਹੁਹਰੰਗ, ਉਹ ਮੈਦਾਨੇ ਜੰਗ ਦੇ ਵੱਜਦੇ ਨਗਾਰਿਆਂ ਨੂੰ ਸੁਣ ਕੇ ਘਬਰਾ ਜਾਂਦੇ ਨੇ, ਚਾਰੋਂ ਦਿਸ਼ਾਵਾਂ ਹੀ ਕੰਬ ਜਾਂਦੀਆਂ ਨੇ। ਚਲ ਚੌਦਹੂੰ ਚੱਕਰੰ ਚੱਕਰ ਫਿਰੰ, ਕਹਿੰਦੇ ਤੇਰੇ ਜ਼ੋਰ ਦਾ ਹੁਕਮ ਦਾ ਜਿਹੜਾ ਚੱਕਰ ਹੈ ਨਾ, ਉਹ ਇਹ ਨਹੀਂ ਵੀ ਇਕੱਲਾ ਭਾਰਤ ਵਰਸ਼ ਤੇ ਹੀ ਚੱਲਦਾ ਹੈ, ਤੇਰਾ ਜ਼ੋਰ 14 ਲੋਕਾਂ ਵਿੱਚ ਚੱਲਦਾ ਹੈ। ਹੁਕਮ ਰੂਪੀ ਚੱਕਰ, ਉਹਦੇ ਹੁਕਮ ਦੀ ਹੀ ਸਾਰੀ ਦੁਨੀਆ ਬੱਝੀ ਹੋਈ ਹੈ। ਆਖਣ ਲੱਗੇ ਬਡਵੰ ਘਟਵੰ ਹਰੀਅੰ ਸੁਭਰੰ। ਬਡਵੰ ਕਹਿੰਦੇ ਨੇ ਵੱਡੇ, ਜਿਹੜੇ ਭਰੇ ਹੋਏ ਭਾਂਡੇ ਨੇ, ਭਾਵ ਜਿਨ੍ਹਾਂ ਕੋਲ ਬੜੀ ਤਾਕਤ ਹੈ। ਘਟਵੰ, ਭਰਿਆਂ ਨੂੰ ਘਟਾ ਦੇਣਾ, ਭਰਿਆਂ ਭਾਂਡਿਆਂ ਨੂੰ ਖਾਲੀ ਕਰ ਦੇਣਾ, ਤਖਤਾਂ ਦੇ ਮਾਲਕਾਂ ਨੂੰ ਮਿੱਟੀ 'ਚ ਮਿਲਾ ਦੇਣਾ। ਹੁਕਮ ਕਿੰਨਾ ਤਕੜਾ ਹੈ, ਧਿਆਨ ਦਿਓ। ਹਰੀਅੰ ਸੁਭਰੰ, ਹਰੀਅੰਗ ਤੋਂ ਭਾਵ ਜਿਹੜੇ ਖਾਲੀ ਨੇ, ਜਿਹੜੇ ਮਿੱਟੀ ਵਿੱਚ ਰੁਲਦੇ ਕਿਣਕੇ ਨੇ। ਗਰੀਬਾਂ ਨੂੰ ਤਖਤ ਬਖਸ਼ ਦੇਣੇ ਤੇ ਤਖਤਾਂ ਦੇ ਮਾਲਕਾਂ ਨੂੰ ਮਿੱਟੀ ਵਿੱਚ ਮਿਲਾ ਦੇਣਾ। ਕਹਿੰਦੇ ਐਸਾ ਤੇਰਾ ਹੁਕਮ ਹੈ, ਤੇਰਾ ਲਿਖਿਆ ਕੋਈ ਨਾ ਮੇਟਣ ਹਾਰਾ। ਤੇਰੇ ਲਿਖੇ ਨੂੰ ਕੋਈ ਮਿਟਾਉਣ ਵਾਲਾ ਕਿਸੇ ਦਿਸ਼ਾ ਵਿੱਚ ਪੈਦਾ ਨਹੀਂ ਹੋਇਆ। ਕਿਸੇ ਦੇ ਜੀਵਨ ਵਿੱਚ ਭਰ ਦਿੰਨਾ ਹੈ, ਕਿਸੇ ਦੇ ਜੀਵਨ ਵਿੱਚੋਂ ਕੇਵਲ ਤੇ ਕੇਵਲ ਸਖਣਾਪਨ ਕਾਇਮ ਕਰ ਦਿੰਨਾ ਹੈ, ਖਾਲੀ ਕਰ ਦਿੰਨਾ ਹੈ। ਸੋ ਅਕਾਲ ਪੁਰਖ ਦੀ ਇਹ ਤਾਕਤ ਹੈ, ਉਹਦੀ ਪਹੁੰਚ ਹੈ। ਰੀਤੇ ਭਰੇ ਭਰੇ ਸਖਨਾਵੈ ਯਹ ਤਾਂ ਕੋ ਵਿਵਹਾਰੋ, ਭਰਿਆਂ ਨੂੰ ਖਾਲੀ ਤੇ ਖਾਲੀਆਂ ਨੂੰ ਭਰ ਦੇਣਾ, ਐਸੀ ਉਹਦੀ ਤਾਕਤ ਹੈ। ਔਰ ਚੌਹਾਂ ਲੋਕਾਂ ਵਿੱਚ ਚੱਲ ਰਹੀ ਹੈ। ਜਗ ਜੀਵ ਜਤੇ ਜਲਯੰਗ ਥਲਯੰਗ, ਅਸ ਕੋ ਜੋ ਤਵਾਏ ਸੁਅੰਗ ਮਲਯੰਗ। ਜਿੰਨੇ ਵੀ ਜੀਵ ਨੇ, ਚਾਹੇ ਜਲ ਵਿੱਚ ਰਹਿੰਦੇ ਨੇ, ਚਾਹੇ ਧਰਤੀ ਤੇ ਨੇ, ਇਹ ਅਕਾਲ ਪੁਰਖ ਪਰਮਾਤਮਾ ਅਸ ਕੋ ਜੋ ਤਵਾਏ ਸੁਅੰਗ ਮਲਯੰਗ। ਅੱਛਾ, ਜਿਹੜਾ ਲਫ਼ਜ਼ ਹੈ ਨਾ ਤਵਾਇਸ, ਇਹ ਹੁੰਦਾ ਤੇਰੀ ਆਗਿਆ।
ਮਲੰਗ ਦਾ ਭਾਵ ਹੈ ਮੇਟ ਦੇਣਾ। ਨਾ ਧਰਤੀ ਨੇ, ਨਾ ਅਸਮਾਨ ਨੇ, ਨਾ ਪਾਤਾਲ ਨੇ ਕੋਈ ਐਸਾ ਜੀਵ ਪੈਦਾ ਕੀਤਾ ਹੈ ਜਿਹੜਾ ਤੇਰੇ ਲਿਖੇ ਨੂੰ ਮਿਟਾ ਸਕੇ। ਕੋਈ ਮਿਟਾਉਣ ਵਾਲਾ ਨਹੀਂ ਹੈ। ਅੱਗੇ ਫਿਰ ਉਹਦੇ ਰੂਪ ਨੂੰ ਬਿਆਨ ਕਰਦੇ ਨੇ, ਕਟ ਭਾਦਵ ਮਾਸ ਕੀ ਜਾਣ ਸੁਭੰ। ਕਹਿੰਦੇ ਤੇਰੇ ਬੜੇ ਸਰੂਪ ਨੇ। ਘੱਟ ਕਹਿੰਦੇ ਨੇ ਬੱਦਲਾਂ ਨੂੰ, ਤੇ ਭਾਦੋਂ ਦੇ ਮਹੀਨੇ ਜਦੋਂ ਬੱਦਲ ਚੜ੍ਹ ਕੇ ਆਉਂਦਾ ਹੈ ਨਾ, ਉਹਦੀ ਸ਼ੋਭਾ ਹੀ ਸਮੇਂ ਦੀ ਵੱਖਰੀ ਹੁੰਦੀ ਹੈ। ਕਹਿੰਦੇ ਤੇਰੀ ਐਸੀ ਸ਼ੋਭਾ ਹੈ। ਤੇ ਹੁਣ ਭਾਦੋਂ ਦੇ ਮਹੀਨੇ ਬੱਦਲਾਂ ਦਾ ਰੰਗ ਜਿਹੜਾ ਹੈ, ਤਨ ਸਾਂਵਰੇ ਰਾਵਰੇ ਅੰਗ ਹੁਲਸੰ, ਸਾਂਵਰਾ ਜਿਹਾ ਬੱਦਲ ਦਾ ਰੰਗ ਹੁੰਦਾ ਹੈ। ਜਦੋਂ ਭਾਦੋਂ 'ਚ ਬੱਦਲ ਚੜ੍ਹਦੇ ਨੇ ਸਾਂਵਰੇ ਰੰਗ ਵਾਲੇ, ਇਹ ਅਕਾਲ ਪੁਰਖ, ਉਹ ਸਮਾਂ ਬੜਾ ਰਮਣੀਕ ਸੁੰਦਰ ਬਣਦਾ ਹੈ। ਵਿੱਚ ਵਿੱਚ ਬਿਜਲੀ ਚਮਕਦੀ ਹੈ, ਹੁਲਸੰ ਪ੍ਰਕਾਸ਼ ਪੈਦਾ ਹੁੰਦਾ ਹੈ। ਤੂੰ ਭਾਦੋਂ ਮਹੀਨੇ ਦੇ ਬੱਦਲਾਂ ਨਾਲ ਪੈਦਾ ਹੋਏ ਰਮਣੀਕ ਸਮੇਂ ਵਰਗਾ ਸੁੰਦਰ ਹੈ, ਸ਼ੋਭਨੀਕ ਹੈ, ਠੰਡਕ ਪਹੁੰਚਾਉਣ ਵਾਲਾ ਹੈ ਤੂੰ ਬਲਦੇ ਹੋਏ ਸੜਦੇ ਹੋਏ ਮਨਾਂ ਨੂੰ। ਅੱਗੇ ਮਹਾਰਾਜ ਕਹਿੰਦੇ ਨੇ, ਦੀਨ ਦੁਨੀਆ ਦੇ ਮਾਲਕ ਕਹਿੰਦੇ, ਰੱਦ ਪੰਗਤ ਦਾਮਨੀ ਅੰਗ ਦਮਕੰ। ਉਹ ਜਿਹੜੀ ਵਿੱਚ ਵਿੱਚ ਬਿਜਲੀ ਚਮਕਦੀ ਹੈ ਨਾ ਬੱਦਲਾਂ 'ਚ, ਕਹਿੰਦੇ ਉੱਦਾਂ ਦੇ ਦੰਦਾਂ ਦੀ ਪੰਗਤ ਹੈ ਤੇਰੀ। ਦੰਦ ਤੇਰੇ ਬੜੇ ਸੁੰਦਰ ਨੇ, ਚਿੱਟੇ ਨੇ। ਦਾਮਨੀਅੰ, ਦਾਮਨੀ ਬਿਜਲੀ ਨੂੰ ਕਹਿੰਦੇ ਨੇ। ਦਮਕੰ, ਬਿਜਲੀ ਚਮਕਦੀ ਹੈ ਭਾਦੋਂ ਦੇ ਬੱਦਲਾਂ ਵਿੱਚ, ਤੇ ਤੇਰੇ ਦੰਦ ਇਤਨੇ ਸੁੰਦਰ ਨੇ, ਉਸ ਬਿਜਲੀ ਵਰਗੀ ਤੇਰੀ ਚਮਕ ਹੈ। ਅੱਛਾ, ਮਹਾਰਾਜ ਸੱਚੇ ਪਾਤਸ਼ਾਹ ਇੱਕ ਬਾਣੀ ਵਿੱਚ ਲਫ਼ਜ਼ ਕਹਿੰਦੇ ਨੇ, ਹੰਸ ਹੰਸਾਂ ਬੱਗ ਬੱਗਾ, ਲਹੈ ਮਨ ਕੀ ਜਾਲਾ, ਬੰਕੇ ਲੋਇਣ ਦੰਤ ਰਿਸਾਲਾ। ਤੇਰੇ ਬੜੇ ਸੁੰਦਰ, ਗੁਰੂ ਨਾਨਕ ਸਾਹਿਬ ਕਹਿੰਦੇ ਅਕਾਲ ਪੁਰਖ ਦੰਦ ਨੇ, ਸੁੰਦਰ ਤੇਰੇ ਨੈਣ ਨੇ। ਇੱਦਾਂ ਦਾ ਹੀ ਰੂਪ ਕਲਗੀਧਰ ਪਾਤਸ਼ਾਹ ਬਿਆਨ ਕਰ ਰਹੇ ਨੇ ਉਸ ਅਕਾਲ ਪੁਰਖ ਦਾ। ਹੁਣ ਮਹਾਰਾਜ ਕਹਿੰਦੇ, ਕੰਨ ਘੁੰਗਰ ਘੰਟ ਸੁਰਮ ਘਮਕਨ। ਜਿਵੇਂ ਕਣਕੋਰ ਬੱਦਲਾਂ ਦੇ ਵਿੱਚ ਬਿਜਲੀ ਗੜਕਦੀ ਹੈ, ਐਸਾ ਹੀ ਸੁਰ ਤੇਰੇ ਹੁਕਮ ਦਾ ਹੈ, ਐਸਾ ਹੀ ਜੋਸ਼ ਤੇਰੇ ਹੁਕਮ ਦਾ ਹੈ, ਐਸੀ ਹੀ ਤਾਕਤ ਤੇਰੇ ਹੁਕਮ ਦੀ ਹੈ। ਜਿਵੇਂ ਸਾਰੀ ਕਾਇਨਾਤ 'ਤੇ ਬਿਜਲੀ ਚਮਕੇ, ਇੱਦਾਂ ਹੀ ਸਾਰੀ ਕਾਇਨਾਤ 'ਤੇ ਤੇਰਾ ਹੁਕਮ ਪਾਤਸ਼ਾਹ ਚੱਲ ਰਿਹਾ ਹੈ। ਸੋ ਅੱਗੇ ਮਹਾਰਾਜ ਉਦਾਹਰਣ ਇਹ ਪੇਸ਼ ਕਰਦੇ ਨੇ, ਵਾਰ-ਵਾਰ ਇਹ ਲਫ਼ਜ਼ ਵਰਤਿਆ ਘੁੰਗਰੂ। ਜਦੋਂ ਕੋਈ ਮੈਦਾਨੇ ਜੰਗ ਵਿੱਚ ਨਫੀਰੀਆਂ ਵਾਜੇ ਵਜਾਉਂਦਾ ਹੈ, ਛੋਟੇ ਵੱਜਦੇ ਨੇ, ਉਹ ਆਵਾਜ਼ ਘੁੰਗਰੂਆਂ ਵਰਗੀ ਹੁੰਦੀ ਹੈ। ਇਉਂ ਪਾਤਸ਼ਾਹ ਕਹਿੰਦੇ ਤੇਰੇ ਪਾਸ, ਤੇਰੇ ਕੋਲ, ਤੇਰੇ ਇਰਦ ਗਿਰਦ ਘੰਟੇ ਵੱਜਦੇ ਨੇ, ਜੰਗਜੂ ਵਾਜੇ ਵੱਜਦੇ ਨੇ। ਤੇਰੇ ਕੋਲੋਂ ਡਰ ਡਰ ਕੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਭੱਜ ਜਾਂਦੇ ਨੇ। ਭੁਜੰਗ ਪ੍ਰਿਆਤ ਛੰਦ, ਸੱਪ ਵਾਂਗੂ ਵਲ ਖਾਣ ਵਾਲਾ ਇਹ ਛੰਦ ਹੈ। ਮਹਾਰਾਜ ਕਹਿੰਦੇ ਘਟਾ ਸਾਵਣੰ ਜਾਨ ਸਿਆਮੰ ਸੁਹਾਇੰ। ਘਟਾ ਬੱਦਲ, ਸੌਣ ਦੀ ਘਟਾ ਜਿਹੜੀ ਹੈ, ਇਹ ਬੜੀ ਸੁੰਦਰ ਸਮਝੀ ਜਾਂਦੀ ਹੈ। ਸਮਾਂ ਐਸਾ, ਕਿਉਂਕਿ ਗਰਮੀ ਲੰਘੀ ਹੁੰਦੀ ਹੈ, ਰਮਣੀਕ ਬਣਾ ਦਿੰਦੀ ਹੈ। ਹੁਣ ਮਹਾਰਾਜ ਕਹਿੰਦੇ ਨੇ ਉਹ ਸ਼ਿਆਮ ਰੰਗ ਦੀ ਹੈ, ਉਹ ਨੀਲੀ ਹੈ, ਸਾਂਵਲੀ ਹੈ। ਸੁਹਾਇੰ, ਉਹਦੀ ਸ਼ੋਭਾ ਬੜੀ ਹੈ, ਸਾਰੇ ਸ਼ੋਭਾ ਕਰਦੇ ਨੇ ਸੌਣ ਦੇ ਬੱਦਲਾਂ ਦੀ। ਮਣੀ ਨੀਲ ਨਗਿਅੰ ਲਖੰ ਸੀਸ ਨਿਅੰ। ਅਕਾਲ ਪੁਰਖ ਨੂੰ ਕਹਿੰਦੇ ਤੇਰਾ ਕੁਝ ਐਸਾ ਰੂਪ ਹੈ। ਇੱਕ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਵੀ ਇਹ ਜ਼ਿਕਰ ਆਉਂਦਾ ਹੈ, ਸਾਵਲ ਸੁੰਦਰ ਰਾਮਈਆ। ਰਾਮਈਆ ਤੋਂ ਭਾਵ ਰਮਿਆ ਪਰਮਾਤਮਾ, ਹਰ ਇੱਕ ਦੇ ਸਾਹ ਵਿੱਚ ਸਮਾਇਆ ਹੋਇਆ ਪਰਮਾਤਮਾ। ਮੇਰਾ ਮਨ ਲਾਗਾ ਤੋਹੇ, ਸਾਵਲ, ਸਾਂਵਲੇ ਰੰਗ ਵਿੱਚ। ਇਹ ਸਾਰੇ ਹੀ ਰੰਗ ਤੇਰੇ ਨੇ। ਕਿਤੇ ਬਿਜਲੀ ਦੀ ਚਮਕ ਵਰਗਾ ਰੰਗ ਹੈ, ਕਿਤੇ ਤੇਰਾ ਸਾਂਵਲਾ ਰੰਗ ਹੋ ਜਾਂਦਾ ਹੈ। ਤੂੰ ਇਤਨਾ ਸੁੰਦਰ ਹੈ, ਸਾਵਣ ਦੀ ਘਟਾ ਵਰਗਾ ਜਾਪਦਾ ਹੈ। ਤੇ ਮਹਾਰਾਜ ਕਹਿੰਦੇ ਮਣੀ ਨੀਲ ਨਗਿਅੰ। ਮਣੀ ਦਾ ਭਾਵ ਤੁਸੀਂ ਸਮਝਦੇ ਹੀ ਹੋ ਹੀਰਾ।
ਅੱਗੇ ਹੈ ਨੀਲ। ਨੀਲ ਕਿਹਾ ਹੈ ਨਗੀਨੇ ਨੂੰ, ਮਹਿੰਗੇ ਮੋਤੀਆਂ ਨੂੰ। ਨਗਿਅੰ ਜਿਹੜੇ ਬੜੇ ਬੜੇ ਨਗ ਨੇ। ਲਖੰਗ ਸੀਸ ਨਿਆਇੰ, ਇਹ ਤੇਰੇ ਅੱਗੇ ਲੱਖਾਂ ਮਣੀਆਂ, ਲੱਖਾਂ ਹੀਰੇ ਵੀ ਸੀਸ ਨਿਆਇੰ, ਨਿਆ ਦਿੰਦੇ ਨੇ, ਝੁਕਾ ਦਿੰਦੇ ਨੇ। ਉਹਦਾ ਕਾਰਨ ਹੈ ਤੇਰੀ ਸੁੰਦਰਤਾ ਐਸੀ ਹੈ, ਤੂੰ ਸੁੰਦਰ ਐਸਾ ਹੈ, ਤੇਰੇ ਅੱਗੇ ਹੀਰੇ ਮੋਤੀਆਂ ਦੀ ਵੀ ਕੋਈ ਕੀਮਤ ਨਹੀਂ ਹੈ, ਉਹਨਾਂ ਦੀ ਚਮਕ ਵੀ ਫਿੱਕੀ ਪੈ ਜਾਂਦੀ ਹੈ। ਇਹ ਉਹੀ ਬਿਆਨ ਕਰ ਸਕਦਾ ਜਿਸ ਨੇ ਦਿਦਾਰੇ ਕੀਤੇ ਨੇ। ਆਪਾਂ ਤੇ ਲਿਖੀ ਹੋਈ ਬਾਣੀ ਪੜ੍ਹ ਕੇ ਹੀ ਸੁਣਾਉਣ ਵਾਲੇ ਆ, ਤੇ ਤੁਸੀਂ ਸੁਣਨ ਵਾਲੇ ਹੋ। ਦੀਨ ਦੁਨੀਆ ਦੇ ਮਾਲਕ ਬਾਣੀ ਵਿੱਚ ਵੀ ਕਹਿੰਦੇ ਨੇ, ਅਤ ਸੁੰਦਰ ਅਪਾਰ ਅਨੂਪ। ਗੁਰੂ ਗ੍ਰੰਥ ਸਾਹਿਬ ਵਿੱਚ ਅਤ ਸੁੰਦਰ ਅਪਾਰ ਅਨੂਪ, ਉਪਮਾ ਤੋਂ ਰਹਿਤ ਤੇਰੀ ਸੁੰਦਰਤਾ ਹੈ। ਮਹਾ ਸੁੰਦਰ ਸ਼ਿਆਮੰ ਮਹਾ ਅਬਿਰਾਮੰ, ਬੜਾ ਸੁੰਦਰ ਹੈ ਤੂੰ। ਮਹਾ, ਜਿੰਨੇ ਵੀ ਸੁੰਦਰ ਹੋਏ ਨੇ ਉਹਨਾਂ ਨੂੰ ਮਹਾਨ ਸੁੰਦਰ ਹੈ ਤੂੰ। ਮਹਾ ਅਬਿਰਾਮੰ, ਅਬਿਰਾਮ ਕਹਿੰਦੇ ਨੇ ਮਨ ਨੂੰ ਲੁਭਾਉਣ ਵਾਲਾ, ਮਨੋਹਰ। ਜਿਹੜਾ ਤੇਰੇ ਦਿਦਾਰੇ ਕਰ ਲਵੇ ਉਹ ਮੋਹਿਆ ਜਾਂਦਾ ਹੈ। ਮਹਾ ਰੂਪ ਰੂਪੰ ਮਹਾ ਕਾਮ ਕਾਮੰ, ਇਤਨਾ ਕੁ ਤੇਰਾ ਸੁੰਦਰ ਰੂਪ ਹੈ ਜੋ ਅਲਫਾਜ਼ਾਂ ਦੀ ਮਾਲਾ ਵਿੱਚ ਪਰੋਇਆ ਨਹੀਂ ਜਾ ਸਕਦਾ। ਸੁੰਦਰ ਜਿਤਨੇ ਵੀ ਨੇ ਉਹਨਾਂ ਸਾਰਿਆਂ ਨਾਲੋਂ ਤੇਰਾ ਰੂਪ ਸੋਹਣਾ ਹੈ। ਕਾਮ ਕਾਮੰ, ਪਹਿਲਾ ਕਾਮ ਦਾ ਮਤਲਬ ਹੈ ਮਨੋਹਰ, ਦੂਸਰਾ ਹੈ ਦਿਲਕਸ਼। ਜਿਤਨੇ ਵੀ ਸੁੰਦਰ ਸਰੂਪ ਨੇ ਉਹਨਾਂ ਸਾਰਿਆਂ ਸਰੂਪਾਂ ਨਾਲੋਂ ਤੇਰਾ ਸਰੂਪ ਦਿਲਕਸ਼ ਹੈ, ਦਿਲ ਨੂੰ ਖਿੱਚਣ ਵਾਲਾ ਹੈ। ਸਭ ਨਾਲੋਂ ਤੂੰ ਸੁੰਦਰ ਹੈ ਪਾਤਸ਼ਾਹ। ਫਿਰ ਹੈ ਚੱਕਰ ਚੌਦਹੂੰ ਪੁਰੀਅੰ ਮਦਿਆਣੰ, ਤੇਰਾ 14 ਪੁਰੀਆਂ ਦੇ ਵਿੱਚ, ਦਿਸ਼ਾਵਾਂ ਦੇ ਵਿੱਚ, ਕੁੰਟਾਂ ਦੇ ਵਿੱਚ ਹੁਕਮ ਦਾ ਚੱਕਰ ਚੱਲ ਰਿਹਾ ਹੈ। ਮਹਾਰਾਜ ਕਹਿੰਦੇ, ਇਸੋ ਕੌਣ ਬੀਅੰ ਫੇਰੇ ਆਏ ਸਾਣੰ। ਕਲਗੀਧਰ ਵਾਰ-ਵਾਰ ਇਹ ਬਿਆਨ ਕਰਦੇ ਨੇ ਵੀ ਬੀਓ, ਬੀਓ ਤੋਂ ਭਾਵ ਹੈ ਕੋਈ ਦੂਸਰਾ। 14 ਲੋਕਾਂ ਵਿੱਚ, ਸਮੁੱਚੇ ਬ੍ਰਹਿਮੰਡ ਦੇ ਵਿੱਚ ਫਿਰੇ ਆਏ ਸਾਣੰ, ਕੌਣ ਦੂਜਾ ਪੈਦਾ ਹੋਇਆ ਜਿਹੜਾ ਤੇਰੇ ਹੁਕਮ ਨੂੰ ਕੱਟ ਸਕਦਾ ਹੋਵੇ। ਭਾਵ ਕੋਈ ਦੁਨੀਆ ਤੇ ਤੇਰੇ ਹੁਕਮ ਨੂੰ ਕੱਟਣ ਵਾਲਾ ਪੈਦਾ ਨਹੀਂ ਹੋਇਆ। ਬਾਣੀ ਕੀ ਕਹਿੰਦੀ ਹੈ? ਕੋਈ ਵੀ ਅਕਾਲ ਪੁਰਖ ਦੇ ਹੁਕਮ ਨੂੰ ਕੱਟਣ ਵਾਲਾ ਨਹੀਂ ਆਇਆ। ਕਹੋ ਕੁੰਟ ਕੌਨੇ ਬਿਖੈ ਭਾਜ ਬਾਚੈ, ਕਿਤੇ ਭੱਜ ਲਓ। ਮੰਨ ਲਓ ਸਮਾਂ ਨਿਸ਼ਚਿਤ ਹੈ ਮੌਤ ਦਾ, 4 ਦਿਸ਼ਾਵਾਂ ਨੇ। ਇਹ ਥੋੜ੍ਹਾ ਵੀ ਤੁਸੀਂ ਇੰਡੀਆ ਛੱਡ ਕੇ ਅਮਰੀਕਾ ਚਲੇ ਗਏ ਤੇ ਬਚਾਅ ਹੋ ਜਾਣਾ ਕਾਲ ਤੋਂ, ਨਹੀਂ। ਜਿੱਥੇ ਸਵਾਸਾਂ ਦੀ ਪੂੰਜੀ ਮੁੱਕ ਗਈ, ਕੋਈ ਦਿਸ਼ਾ ਹੈ, ਕੋਈ ਇਲਾਕਾ ਹੈ, ਕੋਈ ਤੁਹਾਡੇ ਸਿਰ ਤੇ ਓਟ ਹੈ, ਮੌਤ ਆਵੇਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਆਵਤ ਹੁਕਮ ਵਿਨਾਸ਼ ਹੁਕਮ, ਆਵਤ ਹੁਕਮ ਵਿਨਾਸ਼ ਹੁਕਮ, ਆਗਿਆ ਭਿੰਨ ਨਾ ਕੋਏ। ਉਹਦੀ ਆਗਿਆ ਤੋਂ ਭਿੰਨ ਬਾਹਰ ਕੋਈ ਨਹੀਂ ਹੈ। ਹੁਕਮ ਵਿੱਚ ਹੀ ਆਉਣਾ ਹੈ ਤੇ ਹੁਕਮ ਵਿੱਚ ਹੀ ਜਾਣਾ ਹੋਵੇਗਾ। ਬਾਏ ਹਿਸ ਕਮਾਂਡ ਵੀ ਕਮ, ਸਾਡੀ ਪੈਦਾਇਸ਼ ਉਹਦੇ ਹੁਕਮ ਦੇ ਵਿੱਚ ਹੈ। ਐਂਡ ਬਾਏ ਹਿਸ ਕਮਾਂਡ ਵੀ ਡਿਪਾਰਟ, ਉਹਦੇ ਹੁਕਮ ਵਿੱਚ ਹੀ ਅਸੀਂ ਜਾਵਾਂਗੇ। ਕਹਿੰਦੇ 4 ਦਿਸ਼ਾਵਾਂ ਨੇ, ਜਿੱਧਰ ਮਰਜ਼ੀ ਦੌੜ ਲਾ, ਬਚਿਆ ਨਹੀਂ ਜਾ ਸਕਦਾ ਜਦੋਂ ਸਮਾਂ ਆ ਜਾਂਦਾ ਹੈ। ਬੜੇ ਬੜੇ ਵਿਦਵਾਨਾਂ ਕਿਹਾ ਹੈ, ਇੱਕ ਅਹਿਮਦ ਆਮੇਠ ਵੀ ਹੋਇਆ ਹੈ, ਕਹਿੰਦਾ ਜ਼ਿੰਦਗੀ ਹੈ ਆਪਣੇ ਕਬਜ਼ੇ ਮੇਂ, ਜ਼ਿੰਦਗੀ ਹੈ अपने कब्जे में ना अपने बस में मौत। जिंदगी है अपने कब्जे में ना अपने बस में मौत। आदमी मजबूर है और किस कदर मजबूर है। कहता उस हुक्म दे अगे बंदा मजबूर है, ना जिंदगी मर्जी दी ते ना मौत ही मर्जी दी। ये सारा उहदा हुक्म चलता है। ਕਹਿੰਦੇ ਦੌੜ ਲਾ ਜਿੱਧਰ ਨੂੰ ਦੌੜਨਾ ਹੈ। ਜਦੋਂ ਸਮਾਂ ਆ ਗਿਆ, ਕਹੋ ਕੁੰਟ ਕੌਨੇ ਬਿਖੈ ਭਾਜ ਬਾਚੈ, ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ। ਕਾਲ ਕਹਿੰਦੇ ਨੇ ਮੌਤ ਨੂੰ, ਸ੍ਰੀ ਕਹਿੰਦੇ ਨੇ ਮੌਤ ਦਾ ਖਸਮ, ਮੌਤ ਤੋਂ ਸ਼ਰੋਮਣੀ ਉਹ ਹੈ ਅਕਾਲ ਪੁਰਖ। ਬਾਣੀ ਦਾ ਫਰਮਾਨ ਹੈ, ਕਾਲ ਫਾਸ ਅਬਦ ਲਾਗੈ।
कश ना चलै उपाए। गुरु ग्रंथ साहब कहते जदों काल की फाही पैण का समा आउंदा ना, उपाय नहीं चलता, ना हकीम बचा सकते ने, ना राजे बचा सकते ने, ना सरकारां बचा सकदियां ने। और एक गल कही महाराज ने, कहते जे मौत ने दूरों चल के आना होवे ना पैंडा करके, फिर तो आप आखांगे भी भज जाइए, दौड़ जाइए, लुक जाइए। मौत किधरों दूरों नहीं आउंदी। गुरु गोबिंद सिंह पातशाह कहते ने, सबंग सीस के संग श्री काल नाचै, वो तो सिर ते नच रही है। गुरु नानक साहब ने ना परशियन विच, फारसी विच एक शब्द लिखिया है, ममसर मूए अजराइल गिरफते, दिल हेच ना दानी। गुरु नानक साहब कहते मम तो भाव है इंसान समझ मेरे ते, हर इंसान दे सिर ते इजराइल वाल फड़ के मौत का देवता मैसेंजर ऑफ डैथ बैठा होया, किथे भजेगा, दूरों नहीं आना उन्हें कितों। जिमें बीज चों रुख पैदा होंदा है, अंदर ही मौत बैठी है। अगे महाराज ने दसिया है भी जतन करने वाले बड़े, उन्हें जतन भी किए, किहड़े किहड़े जतन किए आ सांझ पाइए। ये महाराज इंसान के अंदर ये भै पैदा करते हैं मौत का, भी एक अकाल पुरख के गुण गाला तो भावें कोई साह वध मिल जाए, ਉਹਦੇ तो बिना कोई रखण वाला नहीं है। दीन दुनिया दे मालक कहते करे कोट कोऊ तरे कोट ओटंग। कई किले बनाए गए राजियां वालों, फिर उत्थे पनाह लई गई, किले बना के छत थले अपना सिर लको लिया गया। बचा गो ना क्यों हूं कर काल चोटंग। पर जदों काल ने चोट करनी है ना, वड्डे तो वड्डा किला भी ढह ढेरी कर देगा। बड़े किले सारे राजियां, पर काल की चोट अगे कोई किला नहीं टिकता। बा कमाल गुरु ग्रंथ साहब ने बयान किया है। पता की कहते महाराज, तय कर दल करन महाबली। वो जेड़े हथ ने ना मौत दे, वो महाराज कहते जेड़े कर ने, उन्होंने महाबली सूरबीरां दे जो उहदे भेजे हुए जम आउंदे ने। तह कर दल करन महाबली, तिन आगलड़े मैं रहन ना जाई। वो हत्थां विच इन्ना बल है मौत दे, वड्डे वड्डे किलियां नूं भी वो तहस नहस कर दिंदी है, भी जिथे मर्जी लुक जाओ कहंदे। अच्छा, ये अगे फिर जंतर मंतर वाल आउंदे ने, जिहड़े कहंदे ना टूणे टप्पे करिए ते किसे दी उम्र लै लईदी है ते किसे नूं दे दईदी है। हुण उत्थे चोट करन लगे ने पातशाह। महाराज आखण लगे, लिखं जंतरंग केते पढ़ंग मंतरंग कोटंग, बिना सरन ताकी नहीं और ओटंग। कहंदे होया की दुनिया ते जंतर का मतलब यह भी है किसी नूं अधीन कर देना। एक तंत्र शास्त्र है, मैं थोड़ी तुहानूं नॉलेज दे दा। तंत्र शास्त्र ਉਹਦੇ अनुसार देवता ग्रह आदि का ना लीकां खिंच के एक घेरा बना लिया जाता है, गोल चकाउणा। ਉਹਦੇ 8 पहलू हुंदे ने, तो जे कोई इदां दा जंतर तैयार करके विच खलो के आखे ना भी मेरी मौत नहीं होएगी, महाराज कहंदे सब लकीरां जंतरां दियां मिटा दिंदा है काल। जंतर बाहर है, मंत्र है गुप्त बात। मंत्र की है? भाव किसी खास तंत्र विद्या का मंत्र लैके सोचना भी मौत नहीं आवेगी। मन बाशत सिद्धि नूं प्राप्त करने लई किसी मंत्र का शिला कढ़ना। कहंदे जदों मौत आई ना, जेड़ा मर्जी मंत्र पढ़ लई ते जेड़ा मर्जी जंतर वरत लई, काल ने मंत्र भी तेरा मिट्टी विच मिला देना है ते जंतर दियां लकीरां भी उसने मिटा देनियां है। हर चरण सरन गड़कोट हमारा, जे किला मलना है तो अकाल पुरख के चरणों का मल लै, भावें साह वध मिल जाण, नहीं तो नहीं होएगा। काल कंटक जम तिसना बेदारै, बचिया हो मौत का भय उसका दूर होया जेड़े अकाल पुरख की शरण ने। अगे महाराज पातशाह बयान करते ने, महाराज दीन दुनिया दे मालक आखण लगे,
ਬਿਨਾ ਸ਼ਰਨ ਤਾਂ ਕੀ ਨਹੀਂ ਔਰ ਓਟੰ, ਉਹਦੀ ਸ਼ਰਨ ਤੋਂ ਬਿਨਾ ਬਚਾ ਨਹੀਂ ਹੋਵੇਗਾ। ਲਿਖੰ ਜੰਤਰ ਥਾਕੇ ਪੜੰ ਮੰਤਰ ਹਾਰੇ, ਕਹਿੰਦੇ ਬੜੇ ਲੋਕ ਜੰਤਰ ਕਰ ਕਰਕੇ ਥੱਕ ਗਏ, ਕਰੋੜਾਂ ਮੰਤਰ ਪੜ੍ਹ ਪੜ੍ਹ ਕੇ ਥੱਕ ਗਏ, ਬਿਨਾ ਸ਼ਰਨ ਤਾਂ ਕੀ ਨਹੀਂ ਔਰ ਓਟੰ। ਲਿਖੰ ਜੰਤਰ ਥਾਕੇ ਪੜੰ ਮੰਤਰ ਹਾਰੇ, ਕਰੇ ਕਾਲ ਤੇ ਅੰਤ ਲੈ ਕੇ ਵਿਚਾਰੇ। ਕਰੇ ਕਾਲ ਜਨਮ ਤੋਂ ਲੈ ਕੇ, ਮਹਾਰਾਜ ਕਹਿੰਦੇ ਨੇ ਅੰਤ ਲੈ ਕੇ ਵਿਚਾਰੇ, ਜਨਮ ਤੋਂ ਲੈ ਕੇ ਮੌਤ ਤੱਕ ਹੀ ਕਈ ਜੰਤਰ ਤੇ ਮੰਤਰ ਪੜ੍ਹਦੇ ਰਹੇ, ਪਰ ਉਮਰ ਨਹੀਂ ਵਧੀ। ਜਦੋਂ ਸਮਾਂ ਆ ਗਿਆ ਉਹ ਲੈ ਜਾਂਦਾ ਹੈ। ਕਿਤੇ ਉਹ ਤੰਤਰ ਸਾਧੇ ਸੋ ਜਨਮੰ ਬਿਤਾਇਓ, ਕਿਤੇ ਉਹ ਇੱਕ ਨਹੀਂ ਕਈ ਇੱਥੇ ਤੰਤਰ ਮੰਤਰ ਸਾਧੇ ਗਏ। ਸਾਧੇ ਦਾ ਮਤਲਬ ਹੈ ਪੂਰਨ ਕਰਨੇ, ਛਿਲਾ ਪੂਰਾ ਕੱਢ ਲੈਣਾ ਕਿਸੇ ਮੰਤਰ ਦਾ। ਕਹਿੰਦੇ ਸੋ ਜਨਮੰ ਬਿਤਾਇਓ, ਜਨਮ ਵੀ ਕਈਆਂ ਦੇ ਲੰਘ ਗਏ। ਭਏ ਫੋਕ ਟੰ ਕਾਜ ਏਕੈ ਨਾ ਆਇਓ, ਸਭ ਫੋਕੇ ਹੀ ਗਏ, ਕੋਈ ਮੰਤਰ ਕੰਮ ਨਾ ਆਇਆ, ਕਿਸੇ ਜੰਤਰ ਨੇ ਸਾਥ ਨਾ ਦਿੱਤਾ। ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੀ ਕਹਿੰਦੀ ਹੈ ਤੰਤ ਮੰਤਰ ਸਭ ਔਖਦ ਜਨ ਹੈ, ਅੰਤ ਤੋਂ ਮਰਨਾ। ਤੈਨੂੰ ਜਿੰਨੇ ਮਰਜੀ ਤੰਤਰ ਮੰਤਰ ਆਉਂਦੇ ਨੇ, ਅਖੀਰ ਨੂੰ ਕਹਿੰਦੇ ਮੌਤ ਨੇ ਲੈ ਜਾਣਾ ਹੈ। ਯੂ ਸ਼ੈਲ ਡਾਈ ਇਨ ਦਾ ਐਂਡ, ਮੌਤ ਆਉਣੀ ਆਉਣੀ ਹੈ। ਐਵੇਂ ਸਮਾਂ ਖਰਾਬ ਨਾ ਕਰ, ਰੱਬ ਦੇ ਗੀਤ ਗਾ ਲੈ। ਅੱਗੇ ਮਹਾਰਾਜ ਕਹਿੰਦੇ ਨੇ, ਹੁਣ ਭੇਖਾਂ ਦੀ ਗੱਲ ਕਰਦੇ ਨੇ ਵੀ ਸ਼ਾਇਦ ਮੇਰੇ ਭੇਖ 'ਚ ਆ ਜਾਵੋ, ਜੋਗੀਆਂ ਦੇ ਜੋਗੀ ਬਣ ਜਾਓ। ਕੋਈ ਕਹਿੰਦਾ ਬ੍ਰਹਮਚਾਰੀ ਬਣ ਜਾਓ, ਕੋਈ ਕਹਿੰਦਾ ਵੈਸ਼ਨਵ ਬਣ ਜਾਓ, ਕੈਂਠੀ ਪਾ ਲਓ, ਵੀ ਸ਼ਾਇਦ ਮੌਤ ਨਹੀਂ ਆਵੇ। ਇਹ ਨਹੀਂ ਹੈ, ਚਾਹੇ ਸਿੱਖ ਹੈ, ਹਿੰਦੂ ਹੈ, ਈਸਾਈ ਹੈ, ਮੁਸਲਮਾਨ ਹੈ, ਮੌਤ ਹਰ ਇੱਕ ਨੂੰ ਆਉਣੀ ਹੈ। ਇੱਕ ਫਰਕ ਹੈ, ਰੱਬ ਦੇ ਗੀਤ ਗਾਉਣ ਵਾਲੇ ਨੂੰ ਮੌਤ ਦਾ ਭੈ ਨਹੀਂ ਰਹਿੰਦਾ। ਸਿੱਖ ਇਤਿਹਾਸ ਪੜ੍ਹੋ, 10 ਲੱਖ ਦੇ ਕਰੀਬ ਸ਼ਹੀਦੀਆਂ। ਜੇ ਮੌਤ ਦਾ ਭੈ ਹੁੰਦਾ ਤੇ ਬਾਬਾ ਤਾਰੂ ਸਿੰਘ ਖੋਪੜ ਨਾ ਲਵਾਉਂਦਾ। ਮੌਤ ਦਾ ਭੈ ਹੁੰਦਾ, ਭਾਈ ਮਨੀ ਸਿੰਘ ਬੰਦ ਨਾ ਕਟਵਾਉਂਦਾ, ਬਾਬਾ ਦੀਪ ਸਿੰਘ ਖੰਡਾ ਨਾ ਖੜਕਾਉਂਦਾ। ਮੌਤ ਦੇ ਭੈ ਤੋਂ ਬਚਿਆ ਜਾ ਸਕਦਾ ਹੈ। ਮੌਤ ਸੰਤ ਨੂੰ ਵੀ ਆਉਣੀ ਹੈ, ਸਾਖਤ ਨੂੰ ਵੀ ਆਉਣੀ ਹੈ। ਤੇ ਜੇ ਰੱਬ ਦੇ ਗੀਤ ਗਾਈਏ, ਜੇ ਉਹ ਸਵਾਸ ਬਖਸ਼ ਦਵੇ ਤੇ 4 ਵੱਧ ਆ ਜਾਣ, ਨਹੀਂ ਤੇ ਹੋਰ ਕੋਈ ਜ਼ਰੀਆ ਨਹੀਂ ਹੈ। ਕਹਿੰਦੇ ਕਈ ਇੱਥੇ ਬ੍ਰਹਮਚਾਰੀ ਬਣੇ, ਕਿਤੇ ਨਾ ਸਮੂੰਦੇ ਭਏ ਬ੍ਰਹਮਚਾਰੀ, ਕਿਤੇ ਕੰਠ ਕੰਠੀ ਜਟਾ ਸੀਸ ਧਾਰੀ। ਕਈਆਂ ਨੇ ਬ੍ਰਹਮਚਾਰੀ ਹੋਣਾ ਕੀਤਾ, ਮਨ ਇੰਦਰੀਆਂ ਨੂੰ ਰੋਕ ਲਿਆ। ਇੰਦਰੀਆਂ ਨੂੰ ਰੋਕ ਲਿਆ ਭਾਵ ਜਿਹੜੇ ਨੱਕ ਸੀ ਉਹ ਖੁਸ਼ਬੋਈ ਤੋਂ ਡੱਕ ਲਏ, ਕੰਨਾਂ ਨਾਲ ਨਿੰਦਾ ਸੁਣਨੀ ਛੱਡ ਦਿੱਤੀ, ਇੰਦਰੇ ਕਾਬੂ 'ਚ ਕੀਤੇ ਉਹਨਾਂ ਨੇ। ਔਰ ਨਾਲ ਨਾਲ ਵਿਦਿਆ ਦਾ ਅਭਿਆਸ ਵੀ ਕੀਤਾ ਵੀ ਸ਼ਾਇਦ ਇੱਦਾਂ ਉਮਰ ਵੱਧ ਜਾਵੇਗੀ। ਪਰ ਤ੍ਰਿਆ ਤਿਆਗ ਕਰੀ ਬ੍ਰਹਮਚਾਰੀ, ਇਸਤਰੀ ਵੀ ਛੱਡ ਦਿੱਤੀ ਵੀ ਸ਼ਾਇਦ ਫਿਰ ਮੌਤ ਤੋਂ ਬਚ ਜਾਵਾਂਗੇ। ਮਹਾਰਾਜ ਕਹਿੰਦੇ ਬ੍ਰਹਮਚਾਰ ਬ੍ਰਹਮਚਜ ਕੀਨਾ, ਹਿਰਦੇ ਭਇਆ ਗੁਮਾਨਾ। ਹੰਕਾਰ ਲਈ ਫਿਰਦਾ ਹੈ, ਮੈਂ ਇੰਦਰੇ ਰੋਕ ਲਏ, ਮੈਂ ਘਰ ਪਰਿਵਾਰ ਛੱਡ ਦਿੱਤਾ, ਮੈਂ ਤਿਆਗੀ ਹਾਂ। ਕਹਿੰਦੇ ਮੈਂ ਮੂਰਖ ਹਰਾਸ ਤੁਮਾਰੀ, ਅਕਾਲ ਪੁਰਖ ਤੋਂ ਬਿਨਾ ਕਿਸੇ ਵੀ ਭੇਖ ਦੀ ਆਸ ਲਾਈ ਬੈਠਾ ਹੈ ਤੇ ਛੱਡ ਦੇ ਕਵੇ, ਉਹ ਅਕਾਲ ਕਿਸੇ ਦੀ ਉਮਰ ਨਹੀਂ ਇੱਦਾਂ ਵਧਾਉਂਦਾ। ਕੋਈ ਭੇਖ ਧਾਰ ਲੈ। ਕੰਠੀ ਪਾਉਣ ਦੀ ਗੱਲ ਹੈ। ਇਹ ਜਿਹੜਾ ਵੈਰਾਗੀਆਂ ਦਾ ਪੰਥ ਹੈ ਨਾ, ਉਹ 12 ਸਾਲ ਦਾ ਬੱਚਾ ਹੋਵੇ ਤੇ ਗਲ 'ਚ ਕੰਠੀ ਪਾਉਂਦੇ ਨੇ, ਲੱਕੜ ਦੇ ਮਣਕਿਆਂ ਦੀ ਮਾਲਾ ਪਾ ਦਿੰਦੇ ਨੇ ਉਹ। ਹੁਣ ਮਹਾਰਾਜ ਕਹਿੰਦੇ ਜੇ ਸੋਚੋ ਵੀ ਕੰਠੀ ਪਾਇਆ, ਵੈਰਾਗੀ ਬਣਿਆ, ਮੌਤ ਦਾ ਫਾਹਾ ਗਲ ਨਹੀਂ ਪੈਣਾ, ਉਮਰ ਵੱਧ ਜਾਵੇਗੀ, ਤੇ ਇਹ ਵੀ ਨਹੀਂ ਹੋਵੇਗਾ। ਅੱਗੇ ਮਹਾਰਾਜ ਪਾਤਸ਼ਾਹ ਆਖਣ ਲੱਗੇ ਜਟਾ ਸੀਸ ਧਾਰੀ। ਕਈਆਂ ਨੇ ਉਹ ਜਟਾਵਾਂ ਬਣਾ ਲਈਆਂ ਸੁਆਹ ਜੀ ਵਾਲਾਂ 'ਚ ਪਾ ਕੇ ਵੀ ਅਸੀਂ ਉਪਰਾਮ ਆ, ਅਖੀਰ ਵੀ ਸੁਆਹ ਹੋਣਾ ਹੈ, ਮੌਤ ਆਉਣੀ, ਅਸੀਂ ਸੁਆਹ ਮਲ ਲਈ ਹੈ। ਦਿਖਾਵੇ ਮਾਤਰ ਮਨ ਨਹੀਂ ਮਾਰਿਆ, ਦਿਖਾਵੇ ਮਾਤਰ ਸਰੀਰ ਤੇ ਭੇਖ ਧਾਰ ਲਿਆ। ਬਾਣੀ ਕਹਿੰਦੀ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਕਿਤੇ ਚੀਰ ਕਾਨੰ ਜੋਗੀ ਸੰਕਹਾਯੰ। ਕਈਆਂ ਨੇ ਕੰਨ ਚੀਰ ਲਏ, ਮੁੰਦਰਾਂ ਪਾ ਲਈਆਂ, ਜੋਗੀ ਸੰਗ, ਜੋਗੀਆਂ ਦੇ ਜੋਗੀ ਅਖਵਾਏ ਵੀ ਰੱਬ ਵਿੱਚ ਜੁੜੇ ਹੋਏ ਆ। ਸਭੇ ਫੋਕ ਟੰਗ ਧਰਮ ਕਾਮੰਗ ਨਾ ਆਯੰ, ਪਰ ਸਭ ਫੋਕੇ ਕਰਮ ਸੀ। ਮੌਤ ਦੇ ਅੱਗੇ ਕੋਈ ਹੀਲਾ ਨਾ ਚੱਲਿਆ। ਬਾਣੀ ਕੀ ਕਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ,
ਫੋਕਟ ਕਰਮ ਕਰ ਹੈ ਅਗਿਆਨੀ, ਮਨਮੁਖ ਅੰਧ ਕਹਾਵਤ। ਇਹ ਸਭ ਫੋਕੇ ਕੰਮ ਨੇ। ਇੱਕੋ ਹੀ ਤਰੀਕਾ ਹੈ ਕਾਲ ਤੋਂ ਬਚਣ ਦਾ, ਉਹ ਹੈ ਅਕਾਲ ਪੁਰਖ ਦੀ ਸ਼ਰਨ। ਜਹ ਕਾਲ ਕੈ ਮੁਖ ਜਗਤ ਸਭ ਗ੍ਰਸਿਆ। ਜਿਹੜੇ ਕਾਲ ਦੇ ਮੂੰਹ ਵਿੱਚ ਸਾਰੀ ਦੁਨੀਆ ਪਈ ਹੈ, ਗੁਰ ਸਤਿਗੁਰ ਕੈ ਬਚਨ ਹਰ ਹਮ ਬਾਚੇ। ਗੁਰੂ ਦਾ ਬਚਨ ਲੈ ਕੇ ਅਸੀਂ ਬਚੇ ਮੌਤ ਦੇ ਭੈ ਤੋਂ। ਮੌਤ ਤੇ ਸਭ ਨੂੰ ਆਈ। ਵੇਖੋ, ਮੌਤ ਤੋਂ ਬਚਣ ਦਾ ਉਪਾਅ ਉਹੀ ਕਰਦਾ ਜਿਹਨੂੰ ਮੌਤ ਦਾ ਡਰ ਹੈ। ਸਿੱਖ ਇਹ ਉਪਾਅ ਵਿੱਚ ਨਹੀਂ ਪੈਂਦਾ, ਜਿੰਨੀ ਲਿਖੀ ਹੈ ਉਨੀ ਭੋਗਣੀ ਹੈ। ਗੁਰੂ ਦਾ ਬਚਨ ਲੈ ਕੇ ਬਾਣੀ ਪੜ੍ਹੀ, ਹਰ ਸਿਮਰ ਸਿਮਰ ਕਾਟਿਆ ਭਉ ਕਾਲ। ਉਹਨਾਂ ਮੌਤ ਦਾ ਭੈ ਕੱਟ ਲਿਆ ਜਿਨ੍ਹਾਂ ਅਕਾਲ ਪੁਰਖ ਦੇ ਗੀਤ ਗਾਏ ਨੇ। ਭੇਖਾਂ ਨਾਲੇ ਭੈ ਨਹੀਂ ਕੱਟਿਆ ਜਾਂਦਾ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਮਧੂ ਕੀਟ ਭੰਗ ਰਾਸ਼ ਸੇ ਬਲੀਅੰ, ਸਮੈ ਆਪਣੀ ਕਾਲ ਤੇਉ ਦਲੀਅੰ। ਮਧੂ ਕੀਟਬ ਦੈਂਤ ਹੋਇਆ ਹੈ, ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਵੀ ਕੀਤਾ ਹੈ। ਸਹਿਸ ਬਾਉ ਮਦ ਕੀਟ ਮਹਿ ਖਾਸਾ। ਕਹਿੰਦੇ ਦੇਖੋ, ਦੀਨ ਦੁਨੀਆ ਦੇ ਮਾਲਕ ਕਹਿੰਦੇ ਬੜਾ ਆਪਣੇ ਆਪ ਨੂੰ ਬਲੀ ਅਖਵਾਉਂਦਾ ਸੀ। ਸਮੈ ਆਪਣੀ ਕਾਲ ਤੇਉ ਦਲੀਅੰ, ਦਲ ਕੇ ਸੁੱਟ ਦੇਣਾ, ਮਸਲ ਕੇ ਸੁੱਟ ਦੇਣਾ। ਉਸ ਰਾਖਸ਼ ਨੂੰ ਵੀ ਕਾਲ ਨੇ ਦਲ ਕੇ ਸੁੱਟ ਦਿੱਤਾ। ਭਏ ਸੁੰਭ ਨੈ ਸੁੰਭ ਸਰੋਣਤ ਬੀਜੰ, ਤੇਉ ਕਾਲ ਕੀਨੇ ਪੂਰੇ ਜੇ ਪੂਰੇ ਜੰਗ। ਕਹਿੰਦੇ ਇੱਕ ਹੋਰ ਹੋਏ ਨੇ ਸੁੰਭ ਤੇ ਨਿਸੁੰਭ। ਬੜੇ ਤਾਕਤਵਰ ਦੈਂਤ ਸਨ, ਬੜਾ ਮਾਣ ਸੀ ਤਾਕਤ ਤੇ। ਰਗਤ ਬੀਜ ਕਾਲ ਨੇਮ ਬਿਦਾਰੇ। ਰਗਤ ਬੀਜ ਵਰਗਿਆਂ ਨੂੰ ਬੜਾ ਮਾਣ ਸੀ। ਗੁਰੂ ਨਾਨਕ ਸਾਹਿਬ ਨੇ ਵੀ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਅੰਦਰ। ਤੇ ਕਲਗੀਧਰ ਕਹਿੰਦੇ ਨੇ, ਪੁਰਜਾ ਪੁਰਜਾ ਕਰ ਦਿੱਤੇ ਕਾਲ ਨੇ, ਭਾਵ ਟੁਕੜੇ ਟੁਕੜੇ ਕਰ ਦਿੱਤੇ। ਖੁਰਾ ਖੋਜ ਮਿਟਾ ਦਿੱਤਾ ਏਡੇ ਏਡੇ ਦੈਂਤਾਂ ਦਾ ਵੀ ਉਸ ਕਾਲ ਨੇ। ਸੋ ਮਹਾਰਾਜ ਇਹੀ ਸਮਝਾਉਂਦੇ ਨੇ, ਕੋਈ ਬਲੀ ਉੱਥੇ ਟਿਕ ਨਹੀਂ ਸਕਦਾ। ਬਲੀ ਪ੍ਰਿਥਿਯੰ ਮਾਨ ਧਾਤਾ ਮਹੀਪੰ, ਜਿਨੈ ਰਥ ਚੱਕਰੰ ਕੀਏ ਸਾਤ ਦੀਪੰ। ਸਨਾਤਨ ਮਤ ਵਿੱਚ ਇੱਕ ਸਾਖੀ ਪ੍ਰਚਲਿਤ ਹੈ ਵੀ ਪ੍ਰਿਥੂ ਰਾਜਾ ਹੋਇਆ ਹੈ। ਤੇ ਪ੍ਰਿਥੂ ਰਾਜੇ ਦੇ ਜਦੋਂ ਰਥ ਚੱਲਦੇ ਨੇ ਨਾ, ਉਹ ਰਥ ਤੇ ਬਹਿੰਦਾ ਹੈ, ਚੱਲਦਾ ਹੈ। ਉਹ ਰਥ ਦੇ ਜਿਹੜੇ ਪਹੀਏ ਨੇ, ਉਹਨਾਂ ਦੇ ਨਾਲ ਇਹ 7 ਸਮੁੰਦਰ ਬਣੇ ਨੇ। ਇਹ ਸਨਾਤਨ ਮਤ ਵਾਲੇ ਕਹਿੰਦੇ ਨੇ, ਉਹਨਾਂ ਦਾ ਮਤ ਹੈ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਗੱਲ ਸਮਝਾਉਂਦੇ ਨੇ, ਕਹਿੰਦੇ ਦੇਖੋ ਭਾਈ, ਜਿੰਨਾ ਚਾਹੇ ਕਿਸੇ ਦਾ ਬਾਹੂਬਲ ਤੁਸੀਂ ਬਿਆਨ ਕਰ ਲਵੋ। 7 ਦੀਪ ਬਣੇ ਨੇ, 7 ਟੁਕੜੇ ਬਣੇ ਨੇ, ਤੇ ਟੁਕੜਿਆਂ ਦੇ ਵਿੱਚ ਸਮੁੰਦਰ ਨੇ। ਕਹਿੰਦੇ ਜਿਤਨਾ ਚਾਹੇ ਕਿਸੇ ਦਾ ਜਸ ਤੁਸੀਂ ਬਿਆਨ ਕਰ ਲਓ, ਅਸਲ ਦੇ ਵਿੱਚ ਜੋ ਸਿੱਟਾ ਹੈ ਉਹ ਅਗਲੀਆਂ ਪੰਕਤੀਆਂ ਵਿੱਚ ਕੱਢਦੇ ਨੇ। ਕਹਿੰਦੇ ਚਾਹੇ ਮਾਨਧਾਤਾ ਰਾਜਾ ਹੋਇਆ ਹੈ, ਚਾਹੇ ਪ੍ਰਿਥੂ ਰਾਜਾ, ਵੇਣ ਦਾ ਪੁੱਤਰ ਬੜਾ ਮਹਾਬਲੀ ਸੀ ਇਹ ਪ੍ਰਿਥੂ ਰਾਜਾ, ਤੇ ਚਾਹੇ ਮਾਨਧਾਤਾ ਰਾਜਾ ਹੋਇਆ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਅਸਲ ਵਿੱਚ ਸੱਚਾਈ ਇਹ ਹੈ, ਭੁਜੰ ਭੀਮ ਭਰਥੰ ਜਗੰਗ ਜੀਤ ਡੰਡਿਅੰ ਤੇਨੈ ਅੰਤ ਕੇ ਅੰਤ ਕੋ ਕਾਲ ਖੰਡਿਅੰ। ਇਹਨਾਂ ਦੇ ਨਾਲ ਨਾਲ ਜਿੱਥੇ ਇਹਨਾਂ ਨੂੰ ਖੰਡਿਤ ਕੀਤਾ ਕਾਲ ਨੇ, ਖੁਰਾ ਖੋਜ ਮਿਟਾਇਆ। ਕਹਿੰਦੇ ਵੱਡੀਆਂ ਬਾਹਾਂ ਵਾਲਾ ਸੂਰਬੀਰ ਪਾਂਡਵਾਂ ਦੇ ਪੰਜਾਂ ਦੇ ਵਿੱਚ ਆਉਣ ਵਾਲਾ ਭੀਮ ਸੈਨ ਹੋਇਆ ਹੈ। ਕਹਿੰਦੇ ਲੋਕ ਕਹਿੰਦੇ ਨੇ ਭੀਮ ਵਰਗਾ ਕਿਸੇ ਵਿੱਚ ਬਾਹੂਬਲ ਨਹੀਂ, ਤਾਕਤ ਨਹੀਂ। ਭੁਜੰ ਭੀਮ ਭਰਥੰ ਜਗੰ ਜੀਤ ਡੰਡਿਅੰ, ਡੰਡ ਦਿੱਤਾ ਵੈਰੀਆਂ ਨੂੰ ਉਸਨੇ, ਜਗਤ ਜਿੱਤ ਲਿਆ ਉਸਨੇ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਗੱਲ ਸਮਝਾਉਂਦੇ ਨੇ, ਕਹਿੰਦੇ ਸਿੱਖਾ, ਕਹਿੰਦੇ ਤਿਨੈ ਅੰਤ ਕੇ ਅੰਤ ਕੋ ਕਾਲ ਖੰਡਿਅੰ। ਦੁਨੀਆ ਦੇ ਦੁਸ਼ਮਣਾਂ ਦੇ ਟੋਟੇ ਕਰਨ ਵਾਲਿਆਂ ਦੇ ਅਖੀਰ ਟੋਟੇ ਕਾਲ ਕਰ ਦਿੰਦਾ ਹੈ। ਅਕਾਲ ਪੁਰਖ ਦੀ ਐਸੀ ਤਾਕਤ ਹੈ, ਮਤਲਬ ਇਹ ਉਹਦੇ ਨਾਲੋਂ ਵੱਡਾ ਕੋਈ ਨਹੀਂ। ਸਾਰੇ ਉਸ ਅਕਾਲ ਪੁਰਖ ਦੇ ਹੀ ਗੀਤ ਗਾਈਏ। ਇਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਸਮ ਬਾਣੀ ਦਾ ਉਪਦੇਸ਼ ਹੈ। ਇੱਥੇ ਦਾਸ ਵਿਸ਼ਰਾਮ ਲਾਉਂਦਾ ਹੈ ਆਪਣੇ ਅਲਫਾਜ਼ਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।